ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਹੈਲਥਲਾਈਨ। ਹੈਲਥਲਾਈਨ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਓਬੈਸਿਟੀ, ਡਾਇਬੀਟੀਜ਼ ਤੇ ਕੋਵਿਡ-19 ਦੀ। ਤੇ ਸਾਰੀ ਗੱਲਬਾਤ ਲਈ ਸਾਡੇ ਨਾਲ ਸਟੂਡੀਓ ਵਿੱਚ ਨੇ ਡਾਕਟਰ ਅਮਿਤ ਗਰਗ, ਜਿਹੜੇ ਕਿ 2014 ਤੋਂ ਫੋਰਟਿਸ ਦੇ ਵਿੱਚ ਆਪਣੀਆਂ ਸਰਵਿਸਿਜ਼ ਨਿਭਾ ਰਹੇ ਨੇ ਤੇ ਹੁਣ ਤੱਕ 2000 ਤੋਂ ਜ਼ਿਆਦਾ ਬਰੀਐਟ੍ਰਿਕ ਸਰਜਰੀ ਯਾਨੀ ਕਿ ਭਾਰ ਘਟਾਉਣ ਦੀ ਜਿਹੜੀਆਂ ਸਰਜਰੀਜ਼ ਉਹ ਕਰ ਚੁੱਕੇ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਵਿਜ਼ਨ ਪੰਜਾਬ ਟੀਵੀ ਤੇ। ਥੈਂਕ ਯੂ ਫॉर द ਇਨਵੀਟੇਸ਼ਨ। ਪਹਿਲਾਂ ਤਾਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਜੀ ਸਰ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਲੱਗੇ ਹਾਂ ਅੱਜ ਓਬੈਸਿਟੀ, ਡਾਇਬੀਟੀਜ਼ ਤੇ ਕੋਵਿਡ-19 ਦੀ। ਸੋ ਕੋਵਿਡ-19 ਦਾ ਦੌਰ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਡਿਟੇਲ 'ਚ ਗੱਲ ਕਰਾਂਗੇ ਓਬੈਸਿਟੀ, ਡਾਇਬੀਟੀਜ਼ ਤੇ ਕੋਵਿਡ-19 ਦੀ, ਪਰ ਉਸ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਇਹ ਆਪਸ ਵਿੱਚ ਕਨੈਕਟਡ ਨੇ ਇਹ ਸਾਰੀਆਂ ਚੀਜ਼ਾਂ ਤੇ ਕਿਸ ਤਰ੍ਹਾਂ ਨੇ? ਆਪਣੇ ਸਮਾਜ ਦੇ ਵਿੱਚ ਜਿਹੜੀਆਂ ਦੋ ਕਾਮਨ ਪ੍ਰੋਬਲਮਸ ਹੈਗੀਆਂ, ਦੈਟ ਇਜ਼ ਓਬੈਸਿਟੀ ਐਂਡ ਟਾਈਪ 2 ਡਾਇਬੀਟੀਜ਼। ਜੀ। ਸੋ ਇਹਨਾਂ ਦੋਨਾਂ ਬਿਮਾਰੀਆਂ ਤੋਂ ਹੀ ਆਲਮੋਸਟ 70% ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਜੀ। ਸੋ ਓਬੈਸਿਟੀ ਐਂਡ ਡਾਇਬੀਟੀਜ਼ ਤੇ ਕੋਵਿਡ-19 ਦੇ ਵਿੱਚ ਇੱਕ ਬਹੁਤ ਵੱਡਾ ਰਿਲੇਸ਼ਨ ਹੈਗਾ। ਸੋ ਸਭ ਤੋਂ ਵੱਡਾ ਰਿਲੇਸ਼ਨ ਇਹ ਹੈ ਕਿ ਓਬੈਸਿਟੀ ਐਂਡ ਡਾਇਬੀਟੀਜ਼ ਦੇ ਕਾਰਨ ਹਿਊਮਨ ਦੀ ਜਿਹੜੀ ਇਨਸਾਨ ਦੀ ਇਮਿਊਨਿਟੀ ਹੈਗੀ ਹੈ, ਜਿਹਨੇ ਕਰੋਨਾ ਨਾਲ ਫਾਈਟ ਕਰਨਾ ਹੈ, ਉਹ ਇਮਿਊਨਿਟੀ ਘਟ ਜਾਂਦੀ ਹੈ। ਸੋ ਦੈਟ ਇਜ਼ ਦ ਰੀਜ਼ਨ ਕਿ ਜਿਹੜੇ ਵੀ ਕੋਵਿਡ-19 ਦੇ ਪੇਸ਼ੈਂਟਸ ਹੈ ਉਹ ਜ਼ਿਆਦਾ ਸਸੈਪਟੇਬਲ ਹੈ, ਉਹਨਾਂ ਨੂੰ ਇਨਫੈਕਸ਼ਨ ਹੋਣ ਦੇ ਜ਼ਿਆਦਾ ਚਾਂਸਸ ਹੈ, ਉਹਨਾਂ ਨੂੰ ICU ਸਟੇ ਦੇ ਵਿੱਚ ਜ਼ਿਆਦਾ ਲੋੜ ਪੈਂਦੀ ਹੈ ਤੇ ਉਹਨਾਂ ਦੇ ਵਿੱਚ ਅਲਟੀਮੇਟਲੀ ਮੋਰਟੈਲਿਟੀ ਜਾਂ ਡਿਲੇਡ ਰਿਕਵਰੀ ਬਹੁਤ ਜ਼ਿਆਦਾ ਹੈਗੀ ਹੈ। ਸੋ ਇਸੇ ਕਰਕੇ ਮਤਲਬ ਜਿੰਨੇ ਵੀ ਓਬੀਜ਼ ਐਂਡ ਡਾਇਬੀਟਿਕ ਪੇਸ਼ੈਂਟਸ ਹੈ ਉਹਨਾਂ ਨੂੰ ਆਪਣੀ ਹੈਲਥ ਦੇ ਬਾਰੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਫਿਊਚਰ 'ਚ ਇਹੋ ਜਿਹੇ ਜੇ ਕੋਈ ਵਾਇਰਸ ਹੋਣ ਤਾਂ ਆਪਾਂ ਨੂੰ ਇਹਨਾਂ ਤੋਂ ਬਚ ਸਕਣ। ਜੀ ਬਿਲਕੁਲ। ਸੋ ਇਹ ਵੀ ਤੁਹਾਨੂੰ ਅੱਗੇ ਡਿਟੇਲ ਵਿੱਚ ਵੀ ਦੱਸਾਂਗੇ ਕਿਸ ਤਰੀਕੇ ਨਾਲ ਇਹ ਕਨੈਕਟਡ ਨੇ, ਕਿਸ ਤਰੀਕੇ ਨਾਲ ਇਹ ਜੇ ਓਬੀਜ਼ ਜਾਂ ਡਾਇਬੀਟਿਕ ਪੇਸ਼ੈਂਟ ਹੈ ਤੇ ਕੋਵਿਡ-19 ਉਹਨਾਂ ਲਈ ਕਿੰਨਾ ਤੇ ਕਿਉਂ ਖਤਰਨਾਕ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨੇ ਆ ਓਬੇਸਿਟੀ ਦੀ, ਯਾਨੀ ਕਿ ਮੋਟਾਪੇ ਦੀ। ਓਬੇਸਿਟੀ ਜਾਂ ਮੋਟਾਪਾ ਹੈ ਕੀ ਚੀਜ਼ ਹੈ? ਅਸੀਂ ਹੈਲਦੀ ਹਾਂ ਜਾਂ ਅਸੀਂ ਹੁਣ ਮੋਟੇ ਹੋ ਰਹੇ ਹਾਂ, ਲੋਕੀ ਇਸ ਚੀਜ਼ ਨੂੰ ਪਹਿਚਾਣ ਨਹੀਂ ਪਾਉਂਦੇ, ਜਾਂ ਇੱਕ ਲੈਵਲ ਤੇ ਆ ਕੇ ਇੰਨੇ ਜ਼ਿਆਦਾ ਜਿਹੜੇ ਮੋਟੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਅਚਾਨਕ ਲੱਗਦਾ ਜਦੋਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੁੰਦੀਆਂ ਕਿ ਨਹੀਂ ਹੁਣ ਮੋਟਾਪਾ ਸਾਡਾ ਪ੍ਰੋਬਲਮ ਜਿਹੜਾ ਉਹ ਬਣਦਾ ਜਾ ਰਿਹਾ। ਹਰ ਇੰਡੀਵਿਜੂਅਲ ਦਾ ਹਾਈਟ ਦੇ ਅਕੋਰਡਿੰਗਲੀ ਇੱਕ ਨਾਰਮਲ weight ਹੋਣਾ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣਾ ਨਾਰਮਲ weight ਕਿੰਨਾ ਹੈਗਾ ਤੇ ਉਹ ਕਿਵੇਂ ਨਾਪਦੇ ਹੈ। ਜੀ। ਸੋ ਉਹਦੇ ਲਈ ਇੱਕ ਬੜਾ ਸਿੰਪਲ ਜਿਹਾ ਫਾਰਮੂਲਾ ਹੈਗਾ ਕਿ ਜਿੰਨੀ ਤੁਹਾਡੀ ਹਾਈਟ ਇਨ ਸੈਂਟੀਮੀਟਰਸ ਹੈਗੀ ਹੈ ਉਸ ਚੋਂ 100 ਮਾਈਨਸ ਕਰ ਦਿਓ। ਜੀ। ਫੋਰ ਐਗਜ਼ਾਮਪਲ ਜੇ ਤੁਹਾਡੀ ਹਾਈਟ 170 ਸੈਂਟੀਮੀਟਰ ਹੈ, ਯੂ ਮਾਈਨਸ 100, 70 ਕਿਲੋ ਤੁਹਾਡਾ ਆਈਡੀਅਲ weight ਆ ਜਾਏਗਾ। ਸੋ ਜੇਕਰ ਤੁਹਾਡਾ weight 20% ਆਈਡੀਅਲ weight ਤੋਂ ਜ਼ਿਆਦਾ ਹੈ ਉਹਨੂੰ ਅਸੀਂ ਮੋਟਾਪਾ ਕਹਿੰਦੇ ਹਾਂ। ਜੀ। ਸੋ ਨਾਰਮਲੀ ਜਿੰਨਾ ਆਪਾਂ ਖਾਣਾ ਖਾਂਦੇ ਹਾਂ ਤੇ ਜਿੰਨਾ ਆਪਾਂ ਵਰਕਆਊਟ ਕਰਦੇ ਹਾਂ ਉਹਦੇ ਵਿੱਚ ਇੱਕ ਬੈਲੈਂਸ ਚਾਹੀਦਾ ਹੈ। ਜਦੋਂ ਉਹ ਬੈਲੈਂਸ ਖਰਾਬ ਹੋ ਜਾਏ ਜਾਂ ਥੋੜਾ ਜਿਹਾ ਵੀ ਫਰਕ ਪਵੇ ਤਾਂ 7 ਤੋਂ 8 ਸਾਲਾਂ ਦੇ ਵਿੱਚ ਪੇਸ਼ੈਂਟ ਦਾ ਥੋੜਾ weight ਵੱਧਦਾ ਜਾਂਦਾ ਤੇ ਉਹ ਮੋਟਾਪੇ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਜੀ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਲਈ ਸਾਡੀ ਟੀਵੀ ਸਕਰੀਨ ਉੱਤੇ ਡਾਕਟਰ ਅਮਿਤ ਗਰਗ ਉਹਨਾਂ ਦਾ ਨੰਬਰ ਜਿਹੜਾ ਡਿਸਪਲੇ ਹੋ ਰਿਹਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਮੋਟਾਪੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੋਟਾਪੇ ਦੇ ਇੱਕ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਆ, ਬਹੁਤ ਸਾਰੀਆਂ ਬਿਮਾਰੀਆਂ ਇਹਦੇ ਨਾਲ ਲੱਗਦੀਆਂ ਆ, ਕਿਉਂਕਿ ਅਕਸਰ ਲੋਕ ਇਹ ਸਮਝਦੇ ਨੇ ਕਿ ਸਿਰਫ ਮੋਟਾਪਾ ਇੱਕ ਸਾਨੂੰ ਦਿੱਖ ਵਜੋਂ ਜਿਹੜਾ ਉਹ ਹੈਗਾ ਆ ਕਿ ਅਸੀਂ ਬੁਰੇ ਲੱਗਾਂਗੇ। ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਕੋਈ ਗੱਲ ਨਹੀਂ, ਅਸੀਂ ਕੰਮ ਵਿੱਚ ਇੰਨੇ ਬਿਜ਼ੀ ਹੁੰਦੇ ਹਾਂ, ਅਸੀਂ ਸੋਚਦੇ ਹਾਂ ਕਿ ਨਹੀਂ ਕੋਈ ਗੱਲ ਨਹੀਂ, ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈਗੀ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਵੀ ਹੁੰਦੀਆਂ, ਉਹਨਾਂ ਬਾਰੇ ਜ਼ਰੂਰ ਦੱਸੋ ਕਿ ਕਿਹੜੀਆਂ ਪ੍ਰੋਬਲਮਸ ਇਹਦੇ ਨਾਲ ਮੋਟਾਪੇ ਤੋਂ ਬਾਅਦ ਹੋਰ ਹੁੰਦੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਜਾਂ ਜਿਹੜਾ ਮੋਟਾਪੇ ਦਾ ਸ਼ਿਕਾਰ ਆ ਉਹ ਨਾ ਤਾਂ ਉਸਨੂੰ ਨੌਲੇਜ ਆ ਉਸ ਬਾਰੇ ਤੇ ਨਾ ਇਸ ਬਾਰੇ ਸੋਚ ਪਾਉਂਦਾ ਕਿ ਅੱਗੇ ਜਾ ਕੇ ਕਿਹੜੀਆਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੋਟਾਪੇ ਨੂੰ ਨਾ ਕਿਸੇ ਟਾਈਮ ਤੇ ਚੰਗੇ ਪੀਤੇ ਖਾਂਦੇ ਘਰਾਂ ਦੇ ਬੱਚੇ ਮਤਲਬ ਹੈਲਦੀ ਸਮਝਿਆ ਜਾਂਦਾ ਸੀ। ਜੀ। ਬਟ ਅੱਜ ਕੱਲ ਡਾਈਟਸ ਹਮਾਰੀਆਂ ਇੰਨੀਆਂ ਖਰਾਬ ਹੋ ਚੁੱਕੀਆਂ ਕਿ ਜਿਹਦੇ ਕਰਕੇ ਮਤਲਬ ਮੋਟਾਪਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਸਿਰਫ ਇਕੱਲੇ ਅਡਲਟਸ ਦੇ ਵਿੱਚ ਨਹੀਂ, ਈਵਨ ਬੱਚਿਆਂ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ। ਜੀ। ਜੇ ਆਪਾਂ ਅੱਜ ਦੀ ਡੇਟ 'ਚ ਦੇਖੀਏ ਆਲਮੋਸਟ 15% ਜਿਹੜੇ ਬੱਚੇ ਹੈ ਉਹ ਓਬੈਸਿਟੀ ਦਾ ਸ਼ਿਕਾਰ ਹੈ ਐਟ ਅ ਵੈਰੀ ਯੰਗ ਏਜ। ਜੀ। ਸੋ ਜਿੰਨੀ ਤੁਹਾਨੂੰ ਅਰਲੀ ਸਟੇਜ ਤੇ ਮੋਟਾਪਾ ਆਏਗਾ ਉਨੀ ਤੁਹਾਡੀ ਬਾਡੀ ਦੇ ਆਰਗਨਸ ਜਿਹੜੇ ਆ ਡੈਮੇਜ ਹੋਣਗੇ ਕਿਉਂਕਿ ਉਹ ਪ੍ਰੋਪਰਲੀ ਕੰਮ ਨਹੀਂ ਕਰਨ ਪੈਣਗੇ। ਸੋ ਜਿਵੇਂ ਤੁਹਾਨੂੰ ਮੋਟਾਪਾ ਵੱਧਦਾ ਤੁਹਾਨੂੰ ਉਵੇਂ ਬਿਮਾਰੀਆਂ ਵੱਧਦੀਆਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਮੋਟਾਪੇ ਨੂੰ ਨਾਪਣ ਲਈ ਇੱਕ ਬੜਾ ਸਿੰਪਲ ਪੈਰਾਮੀਟਰ ਹੈ ਜਿਹਨੂੰ ਕਹਿੰਦੇ ਆਪਾਂ BMI। ਜੀ। ਦੈਟ ਇਜ਼ ਬਾਡੀ ਮਾਸ ਇੰਡੈਕਸ। ਸੋ BMI ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ ਵੀ ਜਿੰਨਾ ਤੁਹਾਡਾ weight ਹੈ ਕਿਲੋਗ੍ਰਾਮ 'ਚ ਉਹਨੂੰ ਹਾਈਟ ਦੇ ਨਾਲ ਡਿਵਾਈਡ ਕਰ ਦਈਏ 2 ਵਾਰੀ ਤਾਂ ਆਪਣਾ BMI ਨਿਕਲ ਜਾਂਦਾ ਹੈ। ਸਪੋਜ਼ ਕਰ ਕਿਸੇ ਪੇਸ਼ੈਂਟ ਦਾ weight 150 kgs ਹੈ ਤੇ ਹਾਈਟ ਉਹਦੀ 1.6 ਮੀਟਰ ਹੈ। ਸੋ 150 ਡਿਵਾਈਡਡ ਬਾਈ 1.6 ਡਿਵਾਈਡਡ ਬਾਈ 1.6 ਤਾਂ ਉਹਦਾ BMI ਨਿਕਲ ਜਾਂਦਾ ਹੈ। ਆਪਣਾ ਜਿਹੜਾ ਨਾਰਮਲ BMI ਹੈ ਉਹ 20 ਤੋਂ 25 ਹੋਣਾ ਚਾਹੀਦਾ ਹੈ। ਜੀ। ਜੇਕਰ ਪੇਸ਼ੈਂਟ ਦਾ BMI 25 ਤੋਂ 30 ਹੈ ਉਹਨੂੰ ਅਸੀਂ ਓਵਰਵੇਟ ਕਹਿੰਦੇ ਹਾਂ।
ਇਦੋਂ ਅੱਗੇ ਜੇਕਰ ਪੇਸ਼ੈਂਟ ਦਾ BMI 30 ਤੋਂ 35 ਹੋ ਜਾਂਦਾ ਹੈ, ਉਹ ਕਲਾਸ 1 ਓਬੈਸਿਟੀ ਹੈ। 35 ਤੋਂ 40 ਵਾਲੇ ਨੂੰ ਅਸੀਂ ਕਲਾਸ 2 ਓਬੈਸਿਟੀ ਕਹਿੰਦੇ ਹਾਂ, ਤੇ ਮੋਰ ਦੈਨ ਜਦੋਂ 40 ਵੱਜ ਜਾਂਦਾ ਹੈ ਉਹਨੂੰ ਅਸੀਂ ਕਲਾਸ 3 ਓਬੈਸਿਟੀ ਕਹਿੰਦੇ ਨੇ, ਮੋਰਬਿਡ ਓਬੈਸਿਟੀ। ਵੀ ਮਤਲਬ ਮੋਟਾਪਾ ਤੁਹਾਡਾ ਉਸ ਸਟੇਜ ਤੇ ਪਹੁੰਚ ਚੁੱਕਿਆ ਹੈ ਵੀ ਜਿੱਥੇ ਹੁਣ ਤੁਹਾਡੀ ਜਾਨ ਨੂੰ ਖਤਰਾ ਹੈਗਾ ਜੀ। ਹੁਣ ਤੁਸੀਂ ਜਿਹੜੀ ਗੱਲ ਕੀਤੀ ਸੀ ਵੀ ਆਪਾਂ ਨੂੰ ਕਿਹੜੀਆਂ ਪ੍ਰੋਬਲਮਸ ਐਸੋਸੀਏਟਡ ਹੈ ਮੋਟਾਪੇ ਨਾਲ, ਸੋ ਜਿਵੇਂ ਜਿਵੇਂ ਆਪਣਾ weight ਵੱਧਦਾ ਹੈ ਆਪਾਂ ਨੂੰ ਬਿਮਾਰੀਆਂ ਕਵਰ ਕਰ ਲੈਂਦੀ ਹੈ। ਸੋ ਕਾਮਨਲੀ ਅਸੀਂ ਦੇਖਿਆ ਕਿ ਜਿਹੜੇ ਪੇਸ਼ੈਂਟ ਸਟੇਜ 2 ਦੇ ਵਿੱਚ ਹੈਗੇ ਆ, ਯਾਨੀ ਜਿਨ੍ਹਾਂ ਦਾ BMI 35 ਤੋਂ 40 ਹੈ, ਉਹਨਾਂ ਨੂੰ ਕਾਮਨਲੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਅਸੀਂ ਕਲਾਸੀਫਾਈ ਕਰ ਸਕਦੇ ਹਾਂ। ਇੱਕ ਤਾਂ ਫਿਜ਼ੀਕਲ ਪ੍ਰੋਬਲਮਸ ਆਉਂਦੀਆਂ, ਫਿਜ਼ੀਕਲ ਜਾਂ ਮੈਡੀਕਲ ਪ੍ਰੋਬਲਮਸ, ਜਿਵੇਂ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਗਿਆ। ਸਭ ਤੋਂ ਪਹਿਲਾਂ ਜਿਹੜੀ ਕਾਮਨੈਸ ਐਸੋਸੀਏਟਡ ਹੈ ਡਾਇਬੀਟੀਜ਼, ਉਸ ਤੋਂ ਬਾਅਦ ਬਲੱਡ ਪ੍ਰੈਸ਼ਰ, ਸਲੀਪ ਐਪਨੀਆ, ਯਾਨੀ ਕਿ ਤੁਹਾਨੂੰ ਖਰਾਟੇ ਆਉਂਦੇ ਆ, ਤੁਸੀਂ ਪ੍ਰੋਪਰਲੀ ਸੋ ਨਹੀਂ ਪਾਉਂਦੇ, ਜਾਂ ਤੁਹਾਨੂੰ ਡੇ ਟਾਈਮ 'ਚ ਸਲੀਪੀਨੈਸ ਲੱਗਦੀ ਹੈ, ਤੁਹਾਡੇ ਕੰਮ 'ਚ ਮਨ ਨਹੀਂ ਲੱਗਦਾ, ਤੁਹਾਡਾ ਮਨ ਥੱਕਿਆ ਲੱਗਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸਲੀਪ ਐਪਨੀਆ। ਉਸ ਤੋਂ ਬਾਅਦ ਇੱਕ ਕਾਮਨ ਪ੍ਰੋਬਲਮ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਫੈਟੀ ਲਿਵਰ ਡਿਜ਼ੀਜ਼। ਜੀ, ਫੈਟੀ ਲਿਵਰ ਮਤਲਬ ਕਿ ਤੁਹਾਡੇ ਲਿਵਰ ਦੇ ਵਿੱਚ ਫੈਟ ਭਰ ਗਿਆ ਤੇ ਜਿਹੜਾ ਤੁਹਾਡੇ ਲਿਵਰ ਨੂੰ ਡੈਮੇਜ ਕਰ ਰਿਹਾ ਹੈ। ਸੋ ਪਹਿਲਾਂ ਕੀ ਸੀਗਾ, ਸਾਰੇ ਲੋਕਾਂ ਦੀ ਅੰਡਰਸਟੈਂਡਿੰਗ ਸੀ ਵੀ ਇਕੱਲੀ ਅਲਕੋਹਲ ਤੁਹਾਨੂੰ ਡੈਮੇਜ ਕਰਦੀ ਹੈ ਜੀ, ਬਟ ਨਾਓ ਫੈਟੀ ਲਿਵਰ ਹੈ ਕਿ ਤੁਹਾਡੇ 24 ਆਵਰਸ 24 ਘੰਟੇ ਤੁਹਾਡੇ ਲਿਵਰ ਨੂੰ ਡੈਮੇਜ ਕਰ ਰਿਹਾ ਹੈ। ਐਂਡ ਜਿਹੜੇ ਪੇਸ਼ੈਂਟਸ ਅਲਕੋਹਲ ਵੀ ਲੈ ਰਹੇ ਤੇ ਓਬੀਸ ਵੀ ਹੈ, ਉਹਨਾਂ ਦਾ ਲਿਵਰ ਜਿਹੜਾ ਬਹੁਤ ਤੇਜ਼ੀ ਨਾਲ ਡੈਮੇਜ ਹੋ ਰਿਹਾ ਹੈ। ਇਸ ਤੋਂ ਇਲਾਵਾ ਫੈਟ ਜਿਹੜਾ ਹੈ ਉਹ ਹਾਰਮੋਨ ਬਣਾਉਂਦਾ ਹੈ ਈਸਟ੍ਰੋਜਨ, ਜਿਹੜਾ ਇੱਕ ਫੀਮੇਲ ਹਾਰਮੋਨ ਹੈ ਈਸਟ੍ਰੋਜਨ। ਸੋ ਜਦੋਂ ਆਪਣੀ ਬੋਡੀ 'ਚ ਫੈਟ ਵਧੇਗਾ ਤਾਂ ਈਸਟ੍ਰੋਜਨ ਦਾ ਲੈਵਲ ਵੀ ਵਧੇਗਾ। ਉਸ ਈਸਟ੍ਰੋਜਨ ਹਾਰਮੋਨ ਕਰਕੇ ਫੀਮੇਲਸ ਦੇ ਵਿੱਚ ਇੱਕ ਬੜੀ ਕਾਮਨ ਪ੍ਰੋਬਲਮ ਆਉਂਦੀ ਹੈ PCOD ਜੀ, ਹੈ ਨਾ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜਿਹਨੂੰ ਕਿਹਾ ਜਾਂਦਾ ਹੈ। ਸੋ ਇਸ ਪ੍ਰੋਬਲਮ ਕਰਕੇ ਪੇਸ਼ੈਂਟਸ ਦੇ ਪੀਰੀਅਡਸ ਜਿਹੜੇ ਹੈ ਉਹ ਇਰੈਗੂਲਰ ਹੋ ਜਾਂਦੇ ਹੈ। ਸੋ ਜਦੋਂ ਪੀਰੀਅਡਸ ਇਰੈਗੂਲਰ ਹੋ ਜਾਂਦੇ ਉਹਨਾਂ ਦਾ weight ਹੋਰ ਵੱਧ ਜਾਂਦਾ ਹੈ ਤੇ ਇੱਕ ਵਿਸ਼ਿਅਸ ਸਰਕਲ ਦੇ ਵਿੱਚ ਟਰੈਪ ਹੋ ਜਾਂਦੇ ਹੈ। ਇਸ ਤੋਂ ਇਲਾਵਾ ਓਬੀਸ ਪੇਸ਼ੈਂਟਸ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਜੀ, ਕਿਉਂਕਿ ਜਿਨ੍ਹਾਂ ਦੇ ਪੀਰੀਅਡਸ ਹੀ ਠੀਕ ਨਹੀਂ ਹੈਗੇ ਤਾਂ ਨੈਚੁਰਲੀ ਉਹ ਕਨਸੀਵ ਨਹੀਂ ਕਰ ਪਾਉਣਗੇ ਜੀ। ਇਸ ਤੋਂ ਇਲਾਵਾ ਜਿਹੜੀ ਪ੍ਰੋਬਲਮਸ ਹੈਗੀਆਂ ਉਹ ਹੈਗੀ ਆਪਣੇ ਘੁਟਨੇ ਦੀ ਪ੍ਰੋਬਲਮ। ਸੋ ਜਿੰਨਾ ਆਪਣਾ weight ਜ਼ਿਆਦਾ ਹੈ ਉਹਨਾਂ ਆਪਣੇ ਗੋਡਿਆਂ ਤੇ ਅਸਰ ਪਏਗਾ ਤਾਂ ਆਪਾਂ ਨੂੰ ਨੀਸ ਦੀ ਪ੍ਰੋਬਲਮ ਆਉਂਦੀ ਹੈ। ਇਸੇ ਕਰਕੇ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਇਹ ਨੀ ਰਿਪਲੇਸਮੈਂਟ ਕਰਾਉਣੀ ਪੈਂਦੀ ਹੈ। ਸੋ ਇਹ ਫਿਜ਼ੀਕਲ ਪ੍ਰੋਬਲਮਸ ਤੋਂ ਇਲਾਵਾ ਕੁਝ ਮੈਂਟਲ ਤੇ ਸਾਈਕੋਲੋਜੀਕਲ ਪ੍ਰੋਬਲਮਸ ਹੈਗੀਆਂ ਜੀ। ਸੋ ਅਸੀਂ ਦੇਖਿਆ ਆਪਣੀ ਪ੍ਰੈਕਟਿਸ ਦੇ ਵਿੱਚ ਜਿਹੜੇ ਜਿੰਨੇ ਵੀ ਪੇਸ਼ੈਂਟ ਸਾਡੇ ਕੋਲੇ ਆ ਰਹੇ ਆ, ਉਹ ਮੋਟਾਪੇ ਦੇ ਨਾਲ ਉਹਨਾਂ ਨਾਲ ਡਿਪਰੈਸ਼ਨ ਵੀ ਹੈਗਾ, ਕਿਉਂਕਿ ਉਹਨਾਂ ਨੂੰ ਆਪਣੇ ਸਾਈਜ਼ ਦੇ ਕੱਪੜੇ ਨਹੀਂ ਮਿਲਦੇ, ਉਹਨਾਂ ਨੂੰ ਜੌਬ ਵੱਲੋਂ ਐਕਸੈਪਟੈਂਸ ਨਹੀਂ ਮਿਲਦੀ, ਉਹਨਾਂ ਨੂੰ ਈਵਨ ਬੱਚੇ ਨਿਗਲੈਕਟ ਕਰਦੇ ਆ ਜਾਂ ਫੈਮਿਲੀ ਦੇ ਮੈਂਬਰਸ ਨਿਗਲੈਕਟ ਕਰਦੇ ਆ, ਹੈਨਾ। ਸੋ ਕਿਤੇ ਨਾ ਕਿਤੇ ਉਹਨਾਂ ਤੇ ਬਹੁਤ ਵੱਡਾ ਸਾਈਕੋਲੋਜੀਕਲ ਇੰਪੈਕਟ ਪੈਂਦਾ ਹੈ, ਜਿਹਦੇ ਕਰਕੇ ਥੋੜੇ ਡਿਪਰੈਸ ਰਹਿੰਦੇ ਆ, ਡਿਪਰੈਸ਼ਨ ਦਾ ਸ਼ਿਕਾਰ ਰਹਿੰਦੇ ਆ। ਤੇ ਉਹ ਡਿਪਰੈਸ਼ਨ ਦੇ ਵਿੱਚ ਵੀ ਆਪਦੇ ਆਪ ਨੂੰ ਡਿਪਰੈਸ਼ਨ ਨੂੰ ਕਵਰ ਕਰਨ ਲਈ ਜਾਂ ਤਾਂ ਮੈਡੀਸਿਨਸ ਲੈਂਦੇ ਆ, ਉਸ ਮੈਡੀਸਿਨਸ ਨਾਲ ਵੀ weight ਵੱਧਦਾ ਹੈ, ਜਾਂ ਉਹ ਡਿਪਰੈਸ਼ਨ ਦੇ ਵਿੱਚ ਓਵਰ ਈਟਿੰਗ ਕਰਦੇ ਆ, ਉਹਦੇ ਨਾਲ ਵੀ weight ਵੱਧਦਾ ਹੈ। ਅਗੇਨ ਪੇਸ਼ੈਂਟ ਇੱਕ ਵਿਸ਼ਿਅਸ ਸਰਕਲ ਦੇ ਵਿੱਚ ਟਰੈਪ ਹੋ ਜਾਂਦਾ ਹੈ, ਜਿਸ ਤੋਂ ਨਿਕਲਣਾ ਡਿਫਿਕਲਟ ਹੋ ਜਾਂਦਾ ਪੇਸ਼ੈਂਟ ਲਈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਲਈ ਸਾਡੀ ਟੀਵੀ ਸਕਰੀਨ ਉੱਤੇ ਡਾਕਟਰ ਅਮਿਤ ਗਰਗ ਉਹਨਾਂ ਦਾ ਨੰਬਰ ਜਿਹੜਾ ਡਿਸਪਲੇ ਹੋ ਰਿਹਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਇੱਕ ਤਾਂ ਅਸੀਂ ਮੰਨ ਸਕਦੇ ਕਿ ਸਾਡਾ ਲਾਈਫ ਸਟਾਈਲ ਇਸ ਤਰੀਕੇ ਦਾ ਹੋ ਗਿਆ ਕਿ ਅੱਜ ਦੀ ਡੇਟ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਨੇ, ਤੇ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਕਿ ਮੋਟਾਪਾ ਸਿਰਫ ਇੱਕ ਤੁਹਾਨੂੰ ਦਿੱਖ ਵਜੋਂ ਜਿਹੜਾ ਆ, ਤੁਸੀਂ ਜਿਵੇਂ ਕਿਹਾ ਕਿ ਸੋਸ਼ਲ ਇਸ਼ੂਜ਼ ਜਿਹੜੇ ਉਹ ਆਉਂਦੇ ਨੇ ਕਿ ਲੋਕ ਇਗਨੋਰ ਕਰਦੇ ਨੇ, ਜਾਂ ਬੱਚੇ ਜਿਹੜੇ ਇਗਨੋਰ ਕਰਦੇ ਨੇ, ਤੁਸੀਂ ਬਾਹਰ ਜਾਣ ਤੋਂ ਹਿਚਕਿਚਾਉਂਦੇ ਹੋ ਜਾਂ ਕਿਸੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਜ਼ਿਆਦਾ, ਤਾਂ ਉਹ ਕਿਤੇ ਨਾ ਕਿਤੇ ਫਿਰ ਡਿਪਰੈਸ਼ਨ ਦੇ ਵਿੱਚ ਵੀ ਉਹ ਚੇਂਜ ਹੁੰਦਾ ਹੈ। ਸੋ ਮੇਨ ਰੀਜ਼ਨ ਇੱਕ ਤਾਂ ਹੋ ਗਿਆ ਕਿ ਸਾਡੀਆਂ ਲਾਈਫ ਸਟਾਈਲ ਚੇਂਜ ਹੋ ਗਿਆ। ਹੋਰ ਇਸ ਤੋਂ ਇਲਾਵਾ ਕੀ ਸਾਡਾ ਅੱਜ ਦਾ ਜਿਹੜਾ ਪਹਿਲੇ ਨਾਲੋਂ ਹੁਣ ਕੀ ਚੇਂਜਸ ਆ ਗਏ, ਜਿਹੜਾ ਹੁਣ ਇਹ ਪ੍ਰੋਬਲਮ ਇੰਨੀ ਜ਼ਿਆਦਾ ਜਿਹੜੀ ਵੱਧ ਗਈ ਹੈ ਲੋਕਾਂ ਦੇ ਵਿੱਚ? ਮੈਮ ਸਭ ਤੋਂ ਜ਼ਿਆਦਾ ਦੇਖੋ, ਆਪਾਂ ਜੇ ਅੱਜ ਤੋਂ ਪੁਰਾਣੇ ਟਾਈਮ ਦੀ ਗੱਲ ਕਰੀਏ 25 ਤੋਂ 30 ਸਾਲ ਪਹਿਲਾਂ, ਲੋਕਾਂ ਦੀ ਡਾਈਟ ਬਹੁਤ ਹੈਲਦੀ ਸੀਗੀ ਜੀ। ਬਿਲਕੁਲ, ਲੋਕੀ ਵਰਕਆਊਟ ਕਰਦੇ ਸੀਗੇ, ਕਿਤੇ ਵੀ ਜਾਣਾ ਸੀ ਪੈਦਲ ਚੱਲਣਾ ਪ੍ਰੈਫਰ ਕਰਦੇ ਸੀਗੇ, ਆਪਣੇ ਕੋਲ ਇੰਨੇ ਮਤਲਬ ਸੋਰਸਸ ਨਹੀਂ ਸੀਗੇ ਟਰੈਵਲਿੰਗ ਦੇ। ਸੈਕੰਡਲੀ ਉਹਨਾਂ ਦੀ ਜਿਹੜੀ ਡਾਈਟ ਸੀ ਬਹੁਤ ਨਿਊਟ੍ਰੀਸ਼ੀਅਸ ਸੀਗੀ, ਬਿਲਕੁਲ ਪਿਓਰ ਸੀ। ਪਲੱਸ ਤੁਸੀਂ ਕਾਮਨਲੀ ਦੇਖਿਆ ਹੋਣਾ ਜਦੋਂ ਵਿੰਟਰਸ ਹੁੰਦੀਆਂ ਸੀ ਲੋਕੀ ਆਰਾਮ ਨਾਲ ਸਟ੍ਰੈਸ ਫ੍ਰੀ ਹੋ ਕੇ ਧੁੱਪੇ ਬੈਠਦੇ ਸੀ। ਬਿਲਕੁਲ, ਅੱਜ ਕੱਲ ਕੋਈ ਧੁੱਪੇ ਨਹੀਂ ਬੈਠ ਰਿਹਾ। ਬਿਲਕੁਲ, ਸੋ ਉਹਦੇ ਨਾਲ ਕੀ ਹੈ, ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਰਹੀ ਹੈ। 90% ਪੇਸ਼ੈਂਟ ਜਿਹੜੇ ਸਾਡੇ ਕੋਲ ਆ ਰਹੇ ਉਹਨਾਂ ਦੇ ਵਿੱਚ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ। ਐਂਡ ਜੇਕਰ ਵਿਟਾਮਿਨ ਡੀ ਤੁਹਾਡੀ ਬੋਡੀ 'ਚ ਘੱਟ ਹੈ, ਤੁਹਾਡੀ ਬੋਡੀ ਦੇ ਵਿੱਚ ਕੈਲਸ਼ੀਅਮ ਅਬਜ਼ੌਰਬ ਨਹੀਂ ਹੋਣਾ। ਜਦੋਂ ਕੈਲਸ਼ੀਅਮ ਅਬਜ਼ੌਰਬ ਨਹੀਂ ਹੋਏਗਾ, ਤੁਹਾਡੀ ਬੋਡੀ ਦੇ ਵਿੱਚ ਹੋਰ ਬਹੁਤ ਸਾਰੇ ਇਹੋ ਜਿਹੇ ਵਿਟਾਮਿਨਸ ਹੈ ਜਿਹੜੇ ਅਬਜ਼ੌਰਬ ਨਹੀਂ ਹੋਣਗੇ। ਸੋ ਅਲਟੀਮੇਟਲੀ ਕੀ ਹੋ ਰਿਹਾ, ਜਿਹੜੀ ਤੁਹਾਡੀ ਬੋਡੀ ਦੇ ਵਿੱਚ ਹੈ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਆ ਰਹੀਆਂ, ਚਾਹੇ ਕਿਸੇ ਵੀ ਪੇਸ਼ੈਂਟ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਜਾਂ ਅੱਛਾ ਖਾ ਰਿਹਾ ਹੋਵੇ, ਉਹਨੂੰ ਲੱਗਦਾ ਹੈ, ਬਟ ਐਕਚੁਅਲੀ ਉਹਦੀ ਬੋਡੀ ਦੇ ਵਿੱਚ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈ। ਤਾਂ ਸਾਡੇ ਕੋਲ ਜਿੰਨੇ ਵੀ ਪੇਸ਼ੈਂਟਸ ਮੋਟਾਪੇ ਨਾਲ ਆ ਰਹੇ ਆ, ਉਹ ਹਮੇਸ਼ਾ ਕੰਪਲੇਂਟ ਕਰਦੇ ਆ, ਸਰ ਸਾਨੂੰ ਭੁੱਖ ਬਹੁਤ ਲੱਗਦੀ ਹੈ ਜੀ, ਨਾਰਮਲ ਇਨਸਾਨ ਨਾਲੋਂ ਜ਼ਿਆਦਾ ਭੁੱਖ ਲੱਗਦੀ ਹੈ।
ਉਹ ਕਿਉਂ ਲੱਗਦੀ ਹੈ? ਕਿਉਂਕਿ ਤੁਹਾਡੀ ਬਾਡੀ ਦੇ ਵਿੱਚ ਵਿਟਾਮਿਨਸ ਦੀ, ਮਿਨਰਲਸ ਦੀ, ਪ੍ਰੋਟੀਨਸ ਦੀ ਕਮੀ ਹੈਗੀ ਹੈ ਤੇ ਬਾਡੀ ਉਹ ਡਿਮਾਂਡ ਕਰਦੀ ਹੈ। ਪਰ ਜਦੋਂ ਆਪਾਂ ਨੂੰ ਭੁੱਖ ਲੱਗਦੀ ਹੈ, ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਆਪਾਂ ਕੀ ਖਾਣਾ ਹੈ। ਸੋ ਆਪਾਂ ਲੋਕਲੀ ਕੁਝ ਵੀ ਚੀਜ਼ ਅਵੇਲੇਬਲ ਹੁੰਦੀ ਹੈ ਆਪਾਂ ਖਾ ਲਿਆ। ਜੇ ਆਪਾਂ ਮੰਨ ਲਓ ਕਿਤੇ ਬੈਠੇ ਆ, ਇਹ ਤੋਂ ਪੀਜ਼ਾ ਖਾ ਲਿਆ। ਸੋ ਜਿਹੜੀ ਆਪਣੀ ਗਲਤ ਡਾਈਟ ਹੈਗੀ ਹੈ ਉਹਦੇ ਨਾਲ ਕੀ ਹੁੰਦਾ, ਆਪਾਂ ਨੂੰ ਐਮਟੀ ਕੈਲਰੀਜ਼ ਮਿਲਦੀ ਹੈ ਤੇ ਸਾਡੀ ਬਾਡੀ ਦੀ ਡਿਮਾਂਡ ਪੂਰੀ ਨਹੀਂ ਉਸ ਕੈਲਰੀਜ਼ ਦੇ ਨਾਲ ਆਪਣਾ weight ਹੋਰ ਵੱਧ ਜਾਂਦਾ ਹੈ ਤੇ ਡੈਫੀਸ਼ੀਐਂਸੀ ਜਿਹੜੀ ਪਹਿਲਾਂ ਸੀ ਉਹ ਹੋਰ ਘਟ ਜਾਂਦੀ ਹੈ। ਸੋ ਬਾਡੀ ਨੂੰ ਹੋਰ ਭੁੱਖ ਲੱਗਦੀ ਹੈ। ਅਗੇਨ ਪੇਸ਼ੈਂਟ ਇੱਕ ਵਿਸ਼ੀਅਸ ਸਰਕਲ 'ਚ ਫਸ ਜਾਂਦਾ, ਜਿਹਦੇ ਕਰਕੇ ਉਹਨੂੰ ਭੁੱਖ ਲੱਗਦੀ, ਉਹ ਖਾਂਦਾ ਰਹਿੰਦਾ ਹੈ, ਉਹਦਾ weight ਅਲਟੀਮੇਟਲੀ ਵੱਧਦਾ ਰਹਿੰਦਾ ਹੈ। ਬਿਲਕੁਲ। ਫਿਰ ਹੁਣ ਕਿਉਂਕਿ ਅੱਜ ਕੱਲ੍ਹ ਲਾਈਫ ਸਟਾਈਲ ਇਸ ਤਰੀਕੇ ਦਾ ਹੈ ਕਿ ਬਹੁਤ ਸਾਰੇ ਲੋਕ ਇਸ ਲਈ ਟਾਈਮ ਨਹੀਂ ਕੱਢ ਪਾਉਂਦੇ ਜਾਂ ਆਪਣੇ ਲਾਈਫ ਸਟਾਈਲ ਜਿਹੜਾ ਉਹ ਨਹੀਂ ਸੈੱਟ ਕਰ ਪਾਉਂਦੇ। ਹੁਣ ਜਿਹੜੇ ਇਸ ਪ੍ਰੋਬਲਮ ਨਾਲ ਘਿਰ ਚੁੱਕੇ ਨੇ, ਪਹਿਲਾਂ ਤਾਂ ਕਿਸ ਲੈਵਲ ਤੱਕ ਦਾ ਮੋਟਾਪਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਹੈ ਤੇ ਹੁਣ ਉਹਨਾਂ ਪੇਸ਼ੈਂਟਸ ਨੂੰ ਜਿਹੜਾ ਟ੍ਰੀਟਮੈਂਟ ਲੈਣਾ ਚਾਹੀਦਾ ਹੈ। ਤੇ ਟ੍ਰੀਟਮੈਂਟ ਫਿਰ ਹੁਣ ਇਸ ਦਾ ਕੀ ਹੈਗਾ ਅੱਗੇ? ਕਿਉਂਕਿ ਤੁਸੀਂ ਬਹੁਤ ਸਾਰੀਆਂ ਸਰਜਰੀ, 2000 ਤੋਂ ਜ਼ਿਆਦਾ ਸਰਜਰੀਜ਼ ਤੁਸੀਂ ਹੁਣ ਤੱਕ ਕਰ ਚੁੱਕੇ ਹੋ, ਬਰੀਆਟ੍ਰਿਕ ਸਰਜਰੀ, ਮੋਟਾਪਾ ਘਟਾਉਣ ਵਾਲੀਆਂ ਸਰਜਰੀਜ਼। ਸੋ ਲੋਕਾਂ ਵਿੱਚ ਬਹੁਤ ਸਾਰੇ ਪੇਸ਼ੈਂਟਸ ਵਿੱਚ ਇਹ ਵੀ ਇੱਕ ਹੈ ਕਿ ਕੀ ਸਰਜਰੀ ਸੇਫ ਹੈ? ਮੈਮ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਵੀ ਮੈਂ ਜਿੰਨੇ ਵੀ ਪੇਸ਼ੈਂਟਸ, ਜਿੰਨੇ ਵਿਊਅਰਸ ਮੈਨੂੰ ਵਾਚ ਕਰ ਰਹੇ ਹੈਗੇ ਆ, ਸੋ ਉਹਨਾਂ ਲਈ ਮੈਂ ਰਿਕਮੈਂਡ ਕਰਦਾ ਵੀ ਪਹਿਲਾਂ ਤੁਸੀਂ ਹੈਲਦੀ ਹੈਬਿਟਸ, ਯਾਨੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਵੀ ਆਪਾਂ ਆਪਦੇ ਸਿਸਟਮ ਨੂੰ ਇਹੋ ਜਿਹਾ ਬਣਾਈਏ ਕਿ ਆਪਾਂ ਆਪਣੀ ਬਾਡੀ ਦੀ ਜਿਹੜੀ ਕੋਰ ਹੈ ਉਹਨੂੰ ਸਟਰੈਂਥਨ ਕਰੀਏ। ਇਟ ਇਜ਼ ਨਾਟ, ਤੁਹਾਡਾ ਏਮ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਸਿਰਫ weight ਘਟਾਉਣਾ ਹੈ ਜੀ, ਤੁਹਾਨੂੰ ਏਮ ਇਹ ਹੋਣਾ ਚਾਹੀਦਾ ਵੀ ਮੈਂ ਹੈਲਦੀ weight ਘਟਾਉਣਾ ਹੈ। ਸੋ ਬਹੁਤ ਸਾਰੇ ਲੋਕ ਹੈਗੇ ਜਿਹੜੇ ਡਾਈਟਿੰਗ ਕਰਦੇ ਆ, ਜਿਮ ਕਰਦੇ ਆ। ਸੋ ਡਾਈਟਿੰਗ ਜਿਹੜੀ ਹੈਗੀ ਹੈ ਦੈਟ ਇਜ਼ not good for the body, ਕਿਉਂਕਿ ਡਾਈਟਿੰਗ ਕਰਨ ਨਾਲ ਤੁਹਾਡਾ ਬਾਡੀ ਦੀ ਮੈਟਾਬੋਲਿਜ਼ਮ ਖਰਾਬ ਹੋ ਜਾਂਦੀ ਹੈ। ਜਦੋਂ ਤੁਹਾਡੀ ਬਾਡੀ ਦੀ ਮੈਟਾਬੋਲਿਜ਼ਮ ਖਰਾਬ ਹੋ ਜਾਏਗੀ, ਤੁਹਾਡਾ weight ਪ੍ਰੋਪਰਲੀ ਨਹੀਂ ਘਟ ਪਾਏਗਾ। ਸੇਮ ਵੀ ਬਹੁਤ ਸਾਰੇ ਪੇਸ਼ੈਂਟਸ ਹੈਗੇ ਜਿਹੜੇ weight ਘਟਾਉਣ ਲਈ ਇੱਕਦਮ ਅਗਰੈਸਿਵ ਹੋ ਕੇ ਜਿਮ ਚਲੇ ਜਾਂਦੇ ਆ। ਹਾਂ ਬਿਲਕੁਲ। ਇੱਕ ਇਹ ਵੀ ਪੁਆਇੰਟ ਜਿਹੜਾ ਜਾਣਨਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਅੱਜਕੱਲ ਜਿਮ ਜੁਆਇਨ ਕਰਦੇ ਆ। ਸੋ ਮੈਮ ਬੇਸਿਕ ਕਨਸੈਪਟ ਕੀ ਹੈ, ਜਿਮ ਹੈਗਾ ਆਪਣੀ ਬਾਡੀ ਨੂੰ ਬਿਲਡ ਕਰਨ ਲਈ, ਜਾਂ ਬਾਡੀ ਬਿਲਡਰਸ ਜਿਹਨਾਂ ਵਾਸਤੇ ਹੈ। ਬਟ ਜਿਮ ਵਾਸ ਨੈਵਰ ਮੈਂਟ ਫॉर weight loss। ਸੋ ਜਿਵੇਂ ਆਪਾਂ ਗੱਲ ਕਰੀਏ ਵੀ ਡਾਈਟ ਨੂੰ ਮੋਡੀਫਾਈ ਕਰਨਾ ਹੈ, ਤਾਂ ਉਸੇ ਤਰੀਕੇ ਨਾਲ ਆਪਣਾ ਵਰਕਆਊਟ ਵੀ ਮੋਡੀਫਾਈ ਹੋਣਾ ਚਾਹੀਦਾ ਹੈ। ਡਾਈਟ ਆਪਾਂ ਕਿੰਨੇ ਹੈਲਦੀ ਲਓ, ਤੁਹਾਨੂੰ ਮੈਂ ਜਿਵੇਂ ਦੱਸਾਂਗਾ ਵੀ ਕੀ ਡਾਈਟਸ ਲੈ ਸਕਦੇ ਆ ਆਪਾਂ। ਸੇਮ ਵੇ ਵਰਕਆਊਟ ਵੀ ਉਨਾ ਕਰੋ ਜਿੰਨਾ ਤੁਸੀਂ ਲਾਈਫ ਲੌਂਗ ਮੇਨਟੇਨ ਕਰ ਸਕਦੇ ਆ। ਸੋ ਪ੍ਰੋਬਲਮ ਕਿੱਥੇ ਆ ਰਹੀ ਹੈ? ਜਦੋਂ ਬੱਚੇ ਯੰਗ ਹੁੰਦੇ ਆ, 20-22 ਸਾਲ ਦੇ ਆ, 25 ਸਾਲ ਦੇ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ ਬਾਡੀ ਬਣਾਉਣੀ ਹੈ। ਉਸ ਟਾਈਮ ਤੇ ਜਦੋਂ ਤੁਸੀਂ ਬਾਡੀ ਜਿਮ ਜਾਂਦੇ ਹੋ, ਤੁਹਾਡੀ ਨੈਚੁਰਲੀ ਡਾਈਟ ਵੀ ਜ਼ਿਆਦਾ ਹੋ ਜਾਂਦੀ ਹੈ। ਬਟ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਹੈ, ਆਪਣੀ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ, ਆਪਣੀ ਫੈਮਿਲੀ ਦੇ ਵਿੱਚ ਆਪਾਂ ਕੰਮ ਦੇ ਵਿੱਚ ਬਿਜ਼ੀ ਹੋ ਜਾਂਦੇ ਉਹਨਾਂ ਸਮਾਂ ਨਹੀਂ ਦੇ ਪਾਉਂਦੇ। ਸੋ ਕੀ ਹੁੰਦਾ, ਆਪਣਾ ਵਰਕਆਊਟ ਘਟ ਜਾਂਦਾ ਹੈ, ਆਪਣੀ ਜਿਹੜੀ ਡਾਈਟ ਉਹ ਸੇਮ ਰਹਿੰਦੀ ਹੈ। ਦੈਟ ਲੀਡਸ ਟੂ weight gain, ਕਿਉਂਕਿ ਆਪਾਂ ਇੰਬੈਲੈਂਸ ਖਰਾਬ ਕਰ ਲਿਆ। ਇਵੇਂ ਸਾਡੇ ਕੋਲੇ ਬਹੁਤ ਸਾਰੇ ਪੇਸ਼ੈਂਟ ਹੈਗੇ ਜਿਹੜੇ ਪਹਿਲਾਂ ਮਤਲਬ ਕੋਈ ਰੈਸਲਿੰਗ ਕਰਦੇ ਆ, ਕੁਝ ਕੁਸ਼ਤੀ ਖੇਲਦੇ ਆ, ਉਹਨਾਂ ਦੀ ਵੀ ਡਾਈਟ ਬਹੁਤ ਜ਼ਿਆਦਾ ਹੁੰਦੀ ਹੈ। ਬਟ ਜਦੋਂ 50 ਸਾਲ ਦੇ ਆਉਂਦੇ ਆ, ਇੱਕੋ ਦਮ ਉਹਨਾਂ ਦਾ 40-50 ਕਿਲੋ weight ਵੱਧ ਜਾਂਦਾ ਹੈ। ਤਾਂ ਸਮਝ ਨਹੀਂ ਪਾਉਂਦੇ ਵੀ ਸਰ ਮੈਂ ਤਾਂ ਬੜੀ ਅੱਛੀ ਰੈਸਲਿੰਗ ਕਰਦਾ ਸੀ, ਜਾਂ ਮੈਂ ਬਹੁਤ ਜ਼ਿਆਦਾ ਫਿਜ਼ੀਕਲ ਐਕਟੀਵਿਟੀਜ਼ ਕਰਦਾ ਸੀ, ਮੈਨੂੰ ਕੀ ਹੋਇਆ? ਇੱਕ ਸਿੰਪਲ ਰੀਜ਼ਨ ਹੈ ਕਿ ਉਦੋਂ ਤੁਸੀਂ ਯੰਗ ਸੀਗੇ, ਹੁਣ ਤੁਸੀਂ 올ਡ ਏਜ ਚਲੇ ਗਏ ਹੋ, ਤੁਹਾਡੀ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ ਤੇ ਤੁਹਾਡੀ ਡਾਈਟ ਸੇਮ ਹੈ, ਉਹਦੇ ਨਾਲ ਇੰਬੈਲੈਂਸ ਹੋ ਗਿਆ। ਸੋ ਹਰ ਪੇਸ਼ੈਂਟ ਲਈ ਮੇਰੀ ਰਿਕਮੈਂਡੇਸ਼ਨ ਇਹੀ ਹੈ ਵੀ ਤੁਸੀਂ ਜਿਹੜਾ ਵਰਕਆਊਟ ਵੀ ਕਰਨਾ ਹੈ ਉਹ ਉਨਾ ਕਰੋ ਜਿੰਨਾ ਤੁਸੀਂ ਲਾਈਫ ਲੌਂਗ ਮੇਨਟੇਨ ਕਰ ਸਕਦੇ ਹੋ। ਤਾਂ ਉਹਦੇ ਲਈ ਸਿੰਪਲ ਇੱਕ ਤਰੀਕਾ ਹੈ ਵੀ ਤੁਸੀਂ 30 ਮਿੰਟ ਦੀ ਬ੍ਰਿਸਕ ਵਾਕ ਕਰ ਲਓ। I think that is more than enough, but ਉਹ ਰੈਗੂਲਰ ਹੋਣੀ ਚਾਹੀਦੀ ਹੈ। ਸੈਕੰਡਲੀ, ਜਿਹੜੇ ਪੇਸ਼ੈਂਟਸ ਦਾ weight ਜਿਹੜਾ ਵਧਿਆ ਉਹ 8 ਤੋਂ 10 ਸਾਲਾਂ 'ਚ ਵਧਿਆ ਜੀ। ਹੁਣ ਪ੍ਰੋਬਲਮ ਆਉਂਦੀ ਹੈ ਜਦੋਂ weight ਘਟਾਉਣਾ ਹੈ, ਤਾਂ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਆਪਣਾ ਮਾਈਂਡਸੈਟ ਚੇਂਜ ਕਰਨਾ ਚਾਹੀਦਾ ਹੈ। ਇੱਕ ਸਾਈਕੋਲੋਜਿਸਟ ਨੂੰ ਮਿਲਣਾ ਚਾਹੀਦਾ ਵੀ ਆਪਣੀ ਜਿਹੜੇ ਤੁਹਾਡੀ ਕਾਉਂਸਲਿੰਗ ਕਰੇ ਜੀ, ਵੀ ਤੁਸੀਂ weight 2 ਮਹੀਨਿਆਂ 'ਚ ਨਹੀਂ ਘਟਾਉਣਾ। ਮੈਕਸਿਮਮ ਲੋਕ ਕੀ ਕਰਦੇ ਆ, ਇੱਕੋ ਦਮ ਅਗਰੈਸਿਵ ਹੋ ਜਾਂਦੇ ਆ, ਪੂਰੀ ਡਾਈਟ ਮੋਡੀਫਾਈ ਕਰ ਦੇਣਗੇ, ਪੂਰਾ ਵਰਕਆਊਟ ਜਿਮ 'ਚ ਕਰ ਲੈਣਗੇ, ਉਹ 2-3 ਮਹੀਨੇ ਕਰਦੇ ਆ, ਜਦੋਂ ਇਹ ਛੱਡਦੇ ਆ ਵਾਪਸ ਫਿਰ weight ਵੱਧ ਜਾਂਦਾ। ਬਿਲਕੁਲ। ਸੋ ਆਪਾਂ ਅਨਹੈਲਦੀ weight loss ਨਹੀਂ ਕਰਨਾ ਜੀ। ਜੇ ਆਪਾਂ ਚਾਹੁੰਦੇ ਆ ਵੀ 7 ਤੋਂ 8 ਸਾਲਾਂ 'ਚ weight ਵਧਿਆ, ਤਾਂ ਆਪਾਂ ਅਗਲੇ 3-4 ਸਾਲਾਂ 'ਚ weight ਘਟਾ ਲਈਏ ਤੇ ਸਲੋਲੀ ਘਟਾਈਏ। ਉਹਦੇ ਲਈ ਕੀ ਹੈ, ਸਭ ਤੋਂ ਪਹਿਲਾਂ ਆਪਣਾ ਡਿਸਿਪਲਿਨ ਹੋਣਾ ਚਾਹੀਦਾ ਹੈ, ਵੀ ਮੇਰੀ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਕਿ ਮੈਂ weight ਘਟਾਉਣਾ। ਉਹਦੇ ਲਈ ਕੁਝ ਆਪਣੀ ਲਾਈਫ ਦੇ ਵਿੱਚ ਚੇਂਜਸ ਕਰਨੀਆਂ ਚਾਹੀਦੀਆਂ, ਜਿਵੇਂ ਡਾਈਟ ਦੇ ਵਿੱਚ। ਸੋ ਆਪਣੀ ਜਿਹੜੀ ਇੰਡੀਅਨ ਡਾਈਟ ਹੈ, ਮਤਲਬ ਜਾਂ ਏਸ਼ੀਅਨ ਲੋਕਾਂ ਦੀ ਡਾਈਟ ਹੈ, ਉਹਦੇ ਵਿੱਚ ਮੈਕਸਿਮਮ ਚਪਾਤੀਜ਼ ਹੈ ਜਾਂ ਹਾਈ ਕੈਲਰੀ ਡਾਈਟ ਹੈ। ਬਿਲਕੁਲ। ਚਪਾਤੀ 'ਚ ਵੀ ਇਕੱਲੇ ਆਪ ਨੂੰ ਕਾਰਬੋਹਾਈਡਰੇਟਸ ਮਿਲਣੇ ਆ। ਸੋ ਓਵਰਆਲ ਤੁਸੀਂ ਕਿਸੇ ਵੀ ਪੇਸ਼ੈਂਟ ਦੀ ਡਾਈਟ ਦੇਖੋਗੇ, ਉਹਦੇ ਵਿੱਚ ਪ੍ਰੋਟੀਨਸ ਘੱਟ ਹੈ, ਮਿਨਰਲਸ ਘੱਟ ਹੈ, ਵਿਟਾਮਿਨਸ ਘੱਟ ਹੈ, ਸਿਰਫ ਇੱਕ ਐਮਟੀ ਕੈਲਰੀਜ਼ ਹੈ। ਸੋ ਆਪਣੀ ਜਿਹੜੀ ਡੇਲੀ ਰਿਕੁਆਇਰਮੈਂਟ ਹੈਗੀ ਹੈ, ਮੇਲਸ ਦੇ ਵਿੱਚ ਆਲਮੋਸਟ 2500 ਕੈਲਰੀਜ਼ ਪਰ ਡੇ ਚਾਹੀਦੀਆਂ, ਤੇ ਫੀਮੇਲਸ ਦੇ ਵਿੱਚ ਆਲਮੋਸਟ 2000 ਕੈਲਰੀਜ਼ ਚਾਹੀਦੀਆਂ, ਜਿਹੜੇ ਕਿ ਫਿਜ਼ੀਕਲੀ ਐਕਟਿਵ ਮੇਲ ਫੀਮੇਲਸ ਹੈ। ਹੁਣ ਆਪਾਂ ਨੂੰ ਲੱਗਦਾ 2500 ਕੈਲਰੀਜ਼ ਤਾਂ ਬਹੁਤ ਜ਼ਿਆਦਾ ਹੈ, ਬਟ ਰਿਐਲਿਟੀ ਵਿੱਚ ਕੀ ਹੁੰਦਾ ਹੈ,
ਜਦੋਂ ਆਪਾਂ ਸਿਰਫ ਇੱਕ 버ਗਰ, ਇੱਕ ਫ੍ਰੈਂਚ ਫਰਾਈਜ਼ ਤੇ ਇੱਕ ਕੋਲਡ ਡਰਿੰਕ ਪੀ ਲਈਏ, ਉਹਦੇ ਨਾਲ 1500 ਕੈਲਰੀਜ਼ ਹੋ ਜਾਂਦੀ ਹੈ ਜੀ। ਸੋ ਆਪਣੀ ਜਿਹੜੀ ਡਾਈਟ ਹੈ ਉਹ ਬਹੁਤ ਮੈਟਰ ਕਰਦੀ ਹੈ। ਬਿਲਕੁਲ। ਸੋ ਜਿੰਨੇ ਵੀ ਪੇਸ਼ੈਂਟਸ ਨੇ weight ਘਟਾਉਣਾ ਹੈ ਉਹਨਾਂ ਨੂੰ ਪਹਿਲਾਂ ਨਾਰਮਲਾਈਜ਼ ਰੱਖਣਾ ਪੈਣਾ ਹੈ ਕਿ ਆਪਣੀ ਡਾਈਟ ਦੇ ਵਿੱਚ ਅਸੀਂ ਹਾਈ ਕੈਲਰੀ ਡਾਈਟ ਨੂੰ ਘਟਾਈਏ, ਜਿਵੇਂ ਕਿ ਸ਼ੂਗਰਸ ਹੈ, ਐਲਕੋਹਲ ਹੈ, ਜਾਂ ਤੁਹਾਡਾ ਮਤਲਬ ਕੋਲਡ ਡਰਿੰਕਸ ਹੈਗੇ ਆ, ਇਹਨਾਂ ਦਾ ਜਿੱਦਾਂ ਘੱਟ ਤੁਸੀਂ ਲਓਗੇ ਉਨਾ ਬੈਟਰ ਹੈ। ਸੈਕੰਡਲੀ, ਕੁਝ ਪੇਸ਼ੈਂਟਸ ਦੀ ਮੈਂ ਦੇਖਿਆ ਆਊਟਿੰਗ ਬਹੁਤ ਜ਼ਿਆਦਾ ਹੈ ਕਿ ਉਹਨਾਂ ਦਾ ਲਾਈਫ ਸਟਾਈਲ ਇਹ ਹੈ ਕਿ ਹਫਤੇ 'ਚੋਂ 3 ਦਿਨ ਬਾਹਰ ਡਿਨਰ ਕਰਨਾ ਹੈ। ਨੈਚੁਰਲੀ ਜਦੋਂ ਬਾਹਰ ਡਿਨਰ ਕਰਦੇ ਆ ਉਹ ਕਿੰਗ ਸਾਈਜ਼ ਖਾਣਾ ਖਾਂਦੇ ਆ, ਵੀ ਆਪਾਂ ਪਹਿਲਾਂ ਸਟਾਰਟਰਸ ਵੀ ਆਰਡਰ ਕਰਤੇ, ਫਿਰ ਆਪਾਂ ਖਾਣਾ ਵੀ ਖਾ ਲਿਆ, ਫਿਰ ਸਵੀਟ ਡਿਸ਼ ਵੀ ਖਾ ਲਈ। ਸੋ ਓਵਰਆਲ ਜਿਹੜੀ ਕੈਲਰੀਜ਼ ਜਾਂ ਵੋਲਿਊਮ ਆਪਣੇ ਅੰਦਰ ਜਾ ਰਿਹਾ ਦੈਟ ਇਜ਼ ਵੈਰੀ ਹਿਊਜ। ਸੋ ਜੇ ਆਪਾਂ ਉਨੀ ਕੈਲਰੀਜ਼ ਖਾਵਾਂਗੇ ਉਹ ਵਰਕਆਊਟ ਦੇ ਨਾਲ ਕਦੇ ਵੀ ਬੈਲੈਂਸ ਨਹੀਂ ਕਰ ਪਾਵਾਂਗੇ ਉਹਨਾਂ ਨੂੰ। ਥਰਡ ਹੈਗਾ ਪੇਸ਼ੈਂਟਸ ਜਿਹੜੇ ਜੰਕ ਫੂਡਸ ਨੂੰ ਪ੍ਰੈਫਰ ਕਰਦੇ ਆ। ਸੋ ਜਿਨ੍ਹਾਂ ਦਾ ਰੂਟੀਨ ਹੀ ਹੋ ਗਿਆ ਕਿ ਲਾਈਕ ਅਸੀਂ ਵੈਸਟਰਨ ਡਾਈਟਸ ਫੋਲੋ ਕਰਨੀ ਹੈ, ਜਿਵੇਂ ਪੀਜ਼ਾ ਜਾਂ ਮਤਲਬ 버ਗਰਸ ਔਨ ਡੇਲੀ ਬੇਸਿਸ ਲੈ ਰਹੇ ਆ। ਸੋ ਜਿਹੜੇ ਪ੍ਰੋਸੈਸਡ ਫੂਡਸ ਹੈਗੇ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਾਈ ਕੰਟੈਂਟ ਹੈਗਾ ਮਤਲਬ ਸ਼ੂਗਰਸ ਦਾ ਜੀ। ਸੋ ਜਿੰਨੀ ਸ਼ੂਗਰ ਹੈ ਉਹਨੇ ਆਪਣੀ ਬਾਡੀ ਦੇ ਵਿੱਚ ਫੈਟ ਦੇ ਵਿੱਚ ਕਨਵਰਟ ਹੋ ਜਾਣਾ ਹੈ, ਉਹਨੇ ਆਪਣੀ ਬਾਡੀ ਨੂੰ ਨਿਊਟ੍ਰੀਸ਼ਨ ਨਹੀਂ ਦੇਣੀ। ਬਿਲਕੁਲ। ਸੋ ਇਹ ਕੁਝ ਚੀਜ਼ਾਂ ਨੂੰ ਆਪਾਂ ਜੇ ਮੋਡੀਫਾਈ ਕਰ ਲਾਂਗੇ ਤੇ ਆਪਾਂ ਹੈਲਦੀ ਡਾਈਟ ਜਿਵੇਂ ਕਿ ਪਨੀਰ ਹੋ ਗਿਆ, ਸੋਇਆਬੀਨ ਹੋ ਗਿਆ ਆਪਣਾ, ਜਾਂ ਚਨੇ ਹੋ ਗਏ, ਵਾਈਟ ਚਨੇ ਜਾਂ ਬਲੈਕ ਚਨੇ, ਜਾਂ ਦਾਲ ਹੋ ਗਈ, ਆਪਣੀ ਡਾਈਟ 'ਚ ਦਹੀਂ ਲੱਸੀ ਡੇਲੀ ਹੋਣਾ ਚਾਹੀਦਾ ਹੈ, ਜਾਂ ਆਪਣੀ ਇੱਕ ਮਿਕਸਡ ਡਾਈਟ ਹੋਣੀ ਚਾਹੀਦੀ ਹੈ ਜਿਹੜੀ ਆਪਣੀ ਬਾਡੀ ਨੂੰ ਅੱਛੀ ਮਤਲਬ ਹੈਲਥ ਦੇਵੇ। ਇਹ ਚੀਜ਼ਾਂ ਤਾਈਆਂ ਪੋਸੀਬਲ ਹੈਗੀਆਂ ਜੇ ਪੇਰੈਂਟਸ ਅੰਡਰਸਟੈਂਡ ਕਰਨ। ਤੁਸੀਂ ਕੁਝ ਆਪਾਂ ਕਿਸੇ ਘਰ 'ਚ ਬੈਠੇ ਹਾਂ, ਜੇ ਪੇਰੈਂਟਸ ਨੇ ਸੋਚਿਆ ਵੀ ਅੱਜ ਮੈਂ ਬੱਚੇ ਨੇ ਮਾਰੇ ਡਿਮਾਂਡ ਕੀਤਾ ਮੈਂ 버ਗਰ ਖਾਣਾ ਤੇ ਆਪਾਂ ਆਰਡਰ ਕਰਤਾ, ਦੈਟ ਇਜ਼ ਨਾਟ ਗੁੱਡ। ਬਿਲਕੁਲ, ਅੱਜ ਕੱਲ ਇਹ ਟ੍ਰੈਂਡ ਵਿੱਚ ਹੋ ਗਿਆ ਕਿਉਂਕਿ ਅਸੀਂ ਇਸ ਨੂੰ ਥੋੜਾ ਬੱਚਿਆਂ ਨੂੰ ਵੀ ਪੈਂਪਰ ਕਰਕੇ ਰੱਖਦੇ ਆ, ਬੱਚੇ ਨੇ ਜੋ ਮੰਗਿਆ ਸੀ ਉਸ ਨੂੰ ਦਿੰਨੇ ਆ, ਤਾਂ ਸ਼ਾਇਦ ਜਦੋਂ ਬੱਚੇ ਛੋਟੇ ਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਜੰਕ ਫੂਡ ਦੀ ਜਿਹੜੀ ਆਦਤ ਪਾ ਦਿੰਦੇ ਆ, ਕਿਤੇ ਨਾ ਕਿਤੇ ਅੱਗੇ ਵੀ ਜਿਹੜਾ ਉਹ ਵੱਡੇ ਹੋਣ ਤੱਕ ਉਹ ਜਿਹੜਾ ਆਦਤਾਂ ਉਹ ਅੱਗੇ ਤੋਂ ਅੱਗੇ ਵਧੀਆਂ ਰਹਿੰਦੀਆਂ। ਦੇਖੋ ਮੈਂ ਇਹ ਮੰਨਦਾ ਕਿ ਜਿਹੜੇ ਤੁਹਾਡਾ ਸਭ ਤੋਂ ਬੈਸਟ ਟੀਚਰ ਹੈਗਾ ਉਹ ਤੁਹਾਡੇ ਪੇਰੈਂਟਸ ਹੈਗੇ ਆ। ਇਟ ਇਜ਼ ਨਾਟ ਦੀ ਸਕੂਲ, ਹੋਰ ਕੁਝ ਨਹੀਂ। ਸੋ ਜਿਹੜਾ ਤੁਹਾਡਾ ਬੈਸਟ ਟੀਚਰ ਹੈ ਤੁਹਾਡੇ ਪੇਰੈਂਟਸ ਹੈ। ਜੋ ਵੀ ਤੁਸੀਂ ਸਿੱਖਦੇ ਹੋ ਆਪਣੀ ਲਾਈਫ ਦੇ ਵਿੱਚ, ਚਾਹੇ ਉਹ ਚੰਗੀਆਂ ਆਦਤਾਂ ਚਾਹੇ ਮਾੜੀਆਂ ਆਦਤਾਂ, ਉਹ ਤੁਸੀਂ ਪੇਰੈਂਟਸ ਤੋਂ ਸਿੱਖਦੇ ਹੋ। ਬਿਲਕੁਲ। ਸੋ ਜੇ ਤੁਹਾਡੇ ਪੇਰੈਂਟਸ ਹੈਲਦੀ ਖਾ ਰਹੇ ਆ ਜਾਂ ਤੁਸੀਂ ਇਕੱਠੇ ਬੈਠ ਕੇ ਖਾਣਾ ਖਾ ਰਹੇ ਹੋ ਐਂਡ ਤੁਸੀਂ ਸੈਲਡ ਵੀ ਰੱਖਿਆ, ਫਰੂਟਸ ਵੀ ਰੱਖਿਆ, ਜੇ ਤੁਹਾਡੇ ਪੇਰੈਂਟਸ ਵੀ ਖਾ ਰਹੇ ਹੋ ਚੀਜ਼, ਤਾਂ ਨੈਚੁਰਲੀ ਬੱਚੇ ਨੂੰ ਵੀ ਲੱਗਦਾ ਹੈ ਕਿ ਸਾਡੇ ਲਈ ਇਹ ਡਾਈਟ ਹੀ ਸਹੀ ਹੈ। ਬਿਲਕੁਲ। ਬਟ ਅੱਜ ਕੱਲ੍ਹ ਕੀ ਹੋ ਰਿਹਾ ਕਿ ਪੇਰੈਂਟਸ ਕੋਲੇ ਟਾਈਮ ਨਹੀਂ ਬਿਕੋਜ਼ ਆਫ ਦ ਬਿਜ਼ੀ ਲਾਈਫ ਔਰ ਸ਼ਡਿਊਲ, ਤਾਂ ਉਹ ਬੱਚਿਆਂ ਨੂੰ ਫਿਰ ਜੋ ਵੀ ਮਨਪਸੰਦ ਹੈ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਤੁਹਾਡੇ ਲਈ ਹੈਲਦੀ ਕੀ ਹੈ। ਹਾਂ ਬਿਲਕੁਲ। ਸੈਕੰਡਲੀ, ਮੈਕਸਿਮਮ ਬੱਚੇ ਮੈਮ ਜੋ ਖਾਣਾ ਖਾ ਰਿਹਾ ਹੈ ਉਹ ਇੱਕ ਸਬਕੌਂਸ਼ੀਅਸ ਲੈਵਲ 'ਚ ਖਾ ਰਿਹਾ ਹੈ। ਸਬਕੌਂਸ਼ੀਅਸ ਲੈਵਲ ਮਤਲਬ ਕਿ ਤੁਸੀਂ ਵੀਡੀਓ ਗੇਮ ਖੇਲ ਰਹੇ ਹੋ, ਤੁਸੀਂ ਟੀਵੀ ਵਾਚ ਕਰ ਰਹੇ ਹੋ, ਤੁਸੀਂ ਆਪਣੇ ਕੋਲੇ 버ਗਰ ਰੱਖਿਆ ਹੈ ਜਾਂ ਪੀਜ਼ਾ ਰੱਖਿਆ ਹੈ, ਤੁਹਾਨੂੰ ਟੀਵੀ ਦੇਖਦੇ ਹੀ ਨਹੀਂ ਪਤਾ ਲੱਗੇਗਾ ਮੈਂ ਕਿੰਨਾ ਖਾਣਾ ਹੈ, ਮਤਲਬ ਤੁਹਾਨੂੰ ਆਪਣੀ ਭੁੱਖ ਦਾ ਨਹੀਂ ਪਤਾ ਲੱਗੇਗਾ। ਜੇ ਤੁਹਾਡੀ ਕੈਪੈਸਿਟੀ ਸਟਮਕ ਦੀ ਕੈਪੈਸਿਟੀ ਮੰਨ ਲਓ 3 ਸਲਾਈਸ ਦੀ ਹੈ, ਤੁਸੀਂ ਪੂਰਾ ਵੀ ਪੀਜ਼ਾ ਖਾ ਜਾਓਗੇ ਤੁਹਾਨੂੰ ਪਤਾ ਨਹੀਂ ਲੱਗੇਗਾ। ਦੈਟ ਇਜ਼ ਅਨਦਰ ਰੀਜ਼ਨ ਕਿ ਤੁਹਾਡੇ ਵਿੱਚ ਡਾਈਟ ਜ਼ਿਆਦਾ ਜਾ ਰਹੀ ਹੈ। ਸੋ ਜਿਹੜੇ ਪੇਸ਼ੈਂਟਸ ਰੈਗੂਲਰ ਓਵਰ ਈਟਿੰਗ ਕਰਦੇ ਆ ਅਲਟੀਮੇਟਲੀ ਉਹਨਾਂ ਦਾ ਸਟਮਕ ਦਾ ਸਾਈਜ਼ ਹੌਲੀ ਹੌਲੀ ਵੱਧ ਕੇ ਵੱਧ ਜਾਂਦਾ ਹੈ। ਸੋ ਇੱਕ ਵਾਰੀ ਸਟਮਕ ਦਾ ਸਾਈਜ਼ ਤੁਹਾਡਾ ਵੱਧ ਗਿਆ, ਉਹ ਤੁਹਾਡੀ ਸਟਮਕ ਦੀ ਕੈਪੈਸਿਟੀ ਬਣ ਜੂਗੀ। ਮਤਲਬ ਜਿੰਨੀ ਦੇਰ ਤੁਸੀਂ ਉਹਨਾਂ ਖਾਣਾ ਨਹੀਂ ਖਾਓਗੇ ਤੁਹਾਨੂੰ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ, ਬਿਲਕੁਲ ਸੈਟੀਸਫੈਕਸ਼ਨ ਨਹੀਂ ਮਿਲੇਗੀ। ਸੋ ਇਹੀ ਕਾਰਨ ਹੈ ਜਿਹੜੇ ਪੇਸ਼ੈਂਟ ਵੋਲਿਊਮ ਈਟਰ ਸੀਗੇ ਜਾਂ ਜਿਹੜੇ ਜ਼ਿਆਦਾ ਖਾਂਦੇ ਆ ਉਹਨਾਂ ਨੂੰ ਜੋ ਡਾਈਟਿੰਗ ਵੀ ਕਰਦੇ ਆ ਤਾਂ ਉਹਨਾਂ ਨੂੰ ਮਤਲਬ ਘਬਰਾਹਟ ਹੋਣ ਲੱਗ ਪੈਂਦੀ ਹੈ, ਕਰ ਨਹੀਂ ਪਾਉਂਦੇ। ਬਿਲਕੁਲ, ਸਟੈਮਿਨਾ ਨਹੀਂ ਰਹਿੰਦਾ। ਸੋ ਜੇ ਆਪਾਂ ਪੇਟ ਭਰ ਕੇ ਖਾਵਾਂਗੇ ਤਾਂ ਉਹਨਾਂ ਵਰਕਆਊਟ ਕਰਨਾ ਪੈਣਾ। ਸੋ ਇਹਦਾ ਇੱਕ ਤਰੀਕਾ ਕੀ ਹੈ, ਜੇ ਆਪਾਂ ਕਹੀਏ ਨਾਨ ਸਰਜੀਕਲ ਮੈਥਡ ਕੀ ਹੈ, ਵੀ ਤੁਸੀਂ ਸਟਮਕ ਨੂੰ ਉਸ ਚੀਜ਼ ਨਾਲ ਭਰੋ ਜਿਹੜੀ ਤੁਹਾਨੂੰ ਜ਼ਿਆਦਾ ਲੱਗੇ ਨਾ। ਜਿਵੇਂ ਤੁਸੀਂ ਸੈਲਡਸ ਲਓ ਜ਼ਿਆਦਾ, ਮਤਲਬ ਖਾਣੇ ਤੋਂ ਪਹਿਲਾਂ ਤੁਸੀਂ ਫਰੂਟਸ ਲਓ, ਹੈ ਨਾ। ਬਟ ਮੇਰੇ ਪੇਸ਼ੈਂਟਸ ਦੇਖਿਆ ਮੈਂ ਉਹ ਜ਼ਿਆਦਾ ਟਾਈਮ ਇਹ ਖਾ ਨਹੀਂ ਪਾਉਂਦੇ। ਹਾਂ ਬਿਲਕੁਲ। ਸੋ ਇਹਨਾਂ ਪੇਸ਼ੈਂਟਸ ਵਾਸਤੇ ਇੱਕ ਬੜਾ ਸਿੰਪਲ ਸਰਜਰੀ ਆ ਜਾਂਦੀ ਹੈ ਜਿਹਨੂੰ ਕਹਿੰਦੇ ਬੈਰੀਐਟ੍ਰਿਕ ਸਰਜਰੀ ਜਾਂ ਵੇਟ ਲਾਸ ਸਰਜਰੀ। ਅਸੀਂ ਉਸ ਵੇਟ ਲਾਸ ਸਰਜਰੀ ਦੇ ਵਿੱਚ ਕੀ ਕਰਦੇ ਹਾਂ, ਜਿਹੜੇ ਪੇਸ਼ੈਂਟ ਦਾ ਸਟਮਕ ਦਾ ਸਾਈਜ਼ ਵੱਧ ਗਿਆ, ਜਿਹੜਾ ਵੋਲਿਊਮ ਈਟਰ ਹੈ, ਜਦੋਂ ਪੇਸ਼ੈਂਟ ਕਹਿੰਦਾ ਮੈਂ 6 ਚਪਾਤੀਆਂ ਖਾ ਲੈਣਾ, ਉਹਨੂੰ ਅਸੀਂ ਸਟਾਈਲ ਨੂੰ ਰੀਸਾਈਜ਼ ਕਰ ਦਿੰਦੇ ਹਾਂ, ਮਤਲਬ ਵਾਪਸ ਉਹਨੂੰ 1 ਚਪਾਤੀ ਦਾ ਕਰ ਦਿੰਦੇ ਹਾਂ। ਸੋ ਨੈਚੁਰਲੀ ਜਦੋਂ ਤੁਹਾਡਾ ਸਟਮਕ ਦਾ 1 ਚਪਾਤੀ ਦਾ ਸਾਈਜ਼ ਹੋ ਗਿਆ, ਉਹਦੇ ਨਾਲ ਕੀ ਹੋਏਗਾ ਵੀ ਪੇਸ਼ੈਂਟ ਨੂੰ ਫੀਲਿੰਗ ਸੇਮ ਆਏਗੀ। 1 ਚਪਾਤੀ ਖਾ ਕੇ ਉਹਨੂੰ ਇਹ ਲੱਗੇਗਾ ਮੈਂ 5 ਖਾ ਲਿਆ, ਮੇਰਾ ਪੇਟ ਭਰ ਗਿਆ, ਸੈਟੀਸਫੈਕਸ਼ਨ ਹੋਏਗੀ, ਪੇਟ ਭਰ ਗਿਆ। ਨੈਚੁਰਲੀ ਤੁਹਾਡੀ ਜਦੋਂ ਇਨਟੇਕ ਘਟ ਗਈ ਤੁਹਾਡਾ weight loss ਹੋਊਗਾ। ਸਰਜਰੀ ਤੋਂ ਬਾਅਦ ਸਰ ਕਿੰਨਾ ਸਮਾਂ ਜਿਹੜਾ ਲੱਗਦਾ ਆ weight ਘਟਣ ਨੂੰ, ਜਾਂ ਸਰਜਰੀ ਕਿੰਨੀ ਕੁ ਸੇਫ ਹੈ, ਇਸ ਬਾਰੇ ਵੀ ਸਾਰੀ ਗੱਲਬਾਤ ਕਰਾਂਗੇ। ਪਰ ਇੱਥੇ ਇੱਕ ਰੁਕ ਲੈਂਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਅਸੀਂ ਡਾਇਬੀਟੀਜ਼ ਤੇ COVID-19 ਬਾਰੇ ਵੀ ਗੱਲਬਾਤ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੈਲਥਲਾਈਨ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਓਬੈਸਿਟੀ, ਡਾਇਬੀਟੀਜ਼ ਤੇ ਕੋਵਿਡ-19 ਦੀ। ਸਾਡੇ ਨਾਲ ਨੇ ਡਾਕਟਰ ਅਮਿਤ ਗਰਗ। ਸਰ, ਬ੍ਰੇਕ ਤੋਂ ਪਹਿਲਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿ ਓਬੈਸਿਟੀ ਯਾਨੀ ਕਿ ਮੋਟਾਪੇ ਦੇ ਕਾਰਨ ਕੀ ਨੇ, ਕਿਵੇਂ ਅਸੀਂ ਵਿਦਆਊਟ ਸਰਜਰੀ ਜਿਹੜਾ ਉਸਨੂੰ ਮੇਨਟੇਨ ਕਰ ਸਕਦੇ ਹਾਂ ਜਾਂ ਰੋਕ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ, ਤੇ ਸਰਜਰੀ ਵੀ ਉਸਦਾ ਇੱਕ ਜਿਹੜਾ ਜ਼ਰੀਆ ਹੈ। ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਹੈ ਕਿ ਸਰਜਰੀ ਜਿਹੜੀ ਆ ਉਹ ਸੇਫ ਨਹੀਂ ਹੈ। ਇੱਕ ਤਾਂ ਉਹ ਚੀਜ਼, ਤੇ ਦੂਜਾ ਸਰਜਰੀ ਤੋਂ ਬਾਅਦ ਕਿੰਨਾ ਸਮਾਂ ਲੱਗ ਜਾਂਦਾ ਹੈ ਕਿ ਭਾਰ ਘਟਣ ਨੂੰ, ਮੋਟਾਪਾ ਘਟਣ ਨੂੰ? ਸੋ ਮੈਮ, ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਮੈਂ ਲਾਸਟ ਟਾਈਮ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਓਬੈਸਿਟੀ ਦੀਆਂ ਸਟੇਜਸ ਹੁੰਦੀਆਂ ਗ੍ਰੇਡ 1 2 3। ਸੋ ਜਿਹੜੇ ਪੇਸ਼ੈਂਟਸ ਨੂੰ ਗ੍ਰੇਡ 1 ਜਾਂ ਗ੍ਰੇਡ 2 ਓਬੈਸਿਟੀ ਹੈ ਉਹਨਾਂ ਨੂੰ ਆਪਾਂ ਇਕੱਲੀ ਡਾਈਟ ਤੇ ਲਾਈਫ ਸਟਾਈਲ ਮੋਡੀਫਾਈ ਕਰ ਸਕਦੇ ਹਾਂ। ਬਟ ਜਿਹੜੇ ਪੇਸ਼ੈਂਟਸ ਦਾ BMI 40 ਤੋਂ ਕ੍ਰਾਸ ਕਰ ਜਾਂਦਾ ਹੈ ਉਹਨਾਂ ਵਾਸਤੇ ਬੈਰੀਐਟ੍ਰਿਕ ਸਰਜਰੀ ਆਲ ਓਵਰ ਦੀ ਵਰਲਡ ਇੱਕ ਸਟੈਂਡਰਡ ਟ੍ਰੀਟਮੈਂਟ ਹੈਗਾ ਜੀ। ਸੋ ਇਸੇ ਕਰਕੇ ਜਿਹੜੀ ਆਪਣੀ ਗਵਰਨਮੈਂਟਸ ਹੈਗੀ ਹੈ, ਜਿਵੇਂ ਕਿ ਸੈਂਟਰਲ ਗਵਰਨਮੈਂਟ, ECHS ਜਾਂ ਸਾਰੀ ਇੰਸ਼ੋਰੈਂਸ ਕੰਪਨੀਜ਼ ਹੈ, ਉਹਨਾਂ ਨੇ ਬੈਰੀਐਟ੍ਰਿਕ ਸਰਜਰੀ ਨੂੰ ਇੱਕ ਅਪਰੂਵ ਕਰਤਾ ਕਿਉਂਕਿ ਦਿਸ ਇਜ਼ ਦ ਓਨਲੀ ਟ੍ਰੀਟਮੈਂਟ ਜਿੱਥੇ ਤੁਹਾਡਾ ਡਾਈਟ ਤੇ ਲਾਈਫ ਸਟਾਈਲ ਮੋਡੀਫਿਕੇਸ਼ਨ ਕੰਮ ਨਹੀਂ ਕਰੇਗੀ ਜੀ। ਸੋ ਮੋਰ ਦੈਨ 40 BMI ਬੈਰੀਐਟ੍ਰਿਕ ਸਰਜਰੀ ਇਜ਼ ਦ ਸਟੈਂਡਰਡ ਟ੍ਰੀਟਮੈਂਟ। ਹੁਣ ਜੇ ਆਪਾਂ ਗੱਲ ਕਰੀਏ ਸੇਫਟੀ ਦੀ, ਸੋ ਬੈਰੀਐਟ੍ਰਿਕ ਸਰਜਰੀ ਅੱਜ ਤੋਂ ਜਦੋਂ 15-20 ਸਾਲ ਪਹਿਲਾਂ ਇਵੋਲਵ ਹੋ ਰਹੀ ਸੀਗੀ, ਉਦੋਂ ਇਹਨਾਂ ਨੂੰ ਸੇਫ ਨਹੀਂ ਮੰਨਿਆ ਜਾਂਦਾ ਸੀ ਜੀ, ਕਿਉਂਕਿ ਉਦੋਂ ਟੈਕਨੀਕਸ ਇੰਨੀ ਐਡਵਾਂਸ ਨਹੀਂ ਸੀ। ਜਿਹੜੇ ਆਪਣੇ ਕੈਮਰਾ ਸੀ ਜਿਨ੍ਹਾਂ ਤੇ ਦੇਖ ਕੇ ਅਸੀਂ ਆਪਰੇਟ ਕਰਦੇ ਹਾਂ ਉਹ ਇੰਨੇ ਜ਼ਿਆਦਾ ਹਾਈ ਡੈਫੀਨੇਸ਼ਨ ਕੈਮਰਾਜ਼ ਨਹੀਂ ਸੀਗੇ। ਈਵਨ ਜੋ ਸਾਡੇ ਗੈਜਟ ਸੀ ਉਹ ਇੰਨੇ ਵਧੀਆ ਨਹੀਂ ਸੀਗੇ। ਬਟ ਵਿਦ ਮਾਡਰਨ ਵਰਲਡ ਐਵਰੀਥਿੰਗ ਹੈਜ਼ ਚੇਂਜਡ। ਸੋ ਹੁਣ ਜਿਹੜੀ ਬੈਰੀਐਟ੍ਰਿਕ ਸਰਜਰੀ ਹੈ, ਮੇਰੇ ਅਕੋਰਡਿੰਗਲੀ ਇੱਕ ਗੋਲ ਬਲੈਡਰ ਦੀ ਸਰਜਰੀ ਜਾਂ ਅਪੈਂਡਿਕਸ ਦੀ ਸਰਜਰੀ ਨਾਲੋਂ ਬੈਟਰ ਰਿਕਵਰੀ ਉਹਦੀ, ਕਿਉਂਕਿ ਉਹਨਾਂ ਤੇ ਆਪਾਂ ਇੱਕ ਖਰਾਬ ਆਰਗਨ ਤੇ ਕੰਮ ਕਰ ਰਹੇ ਹਾਂ, ਬਟ ਬੈਰੀਐਟ੍ਰਿਕ ਸਰਜਰੀ ਤੇ ਆਪਾਂ ਇੱਕ ਨਾਰਮਲ ਚੀਜ਼ ਤੇ ਕੰਮ ਕਰ ਰਹੇ ਹਾਂ। ਸੋ ਜਿਹੜੇ ਵੀ ਪੇਸ਼ੈਂਟਸ ਹੁਣ ਬੈਰੀਐਟ੍ਰਿਕ ਸਰਜਰੀ ਕਰਾ ਰਿਹਾ ਹੈ, ਅਸੀਂ ਪੂਰਾ ਸਰਜਰੀ ਦੂਰਬੀਨ ਨਾਲ ਕਰ ਰਹੇ ਹਾਂ 100%। ਪੇਸ਼ੈਂਟ 2 ਘੰਟੇ ਬਾਅਦ ਉੱਠ ਕੇ ਚੱਲ ਫਿਰ ਸਕਦਾ ਹੈ। ਹਾਰਡਲੀ 100 ਚੋਂ ਇੱਕ ਪੇਸ਼ੈਂਟ ਨੂੰ ICU ਦੀ ਰਿਕੁਆਇਰਮੈਂਟ ਪੈਂਦੀ ਹੈ, ਉਹ ਵੀ 1 ਦਿਨ ਲਈ। ਤੀਜੇ ਦਿਨ ਉਹਦਾ ਡਿਸਚਾਰਜ ਹੋ ਜਾਂਦਾ ਹੈ। ਸੋ ਬੈਰੀਐਟ੍ਰਿਕ ਸਰਜਰੀ ਮੇਰੇ ਅਕੋਰਡਿੰਗਲੀ ਇਜ਼ ਵਨ ਆਫ ਦੀ ਸੇਫੈਸਟ ਸਰਜਰੀ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਲਈ ਸਾਡੀ ਟੀਵੀ ਸਕਰੀਨ ਉੱਤੇ ਡਾਕਟਰ ਅਮਿਤ ਗਰਗ, ਉਹਨਾਂ ਦਾ ਨੰਬਰ ਜਿਹੜਾ ਡਿਸਪਲੇ ਹੋ ਰਿਹਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਸੋ ਡਾਇਬੀਟੀਜ਼ ਦੀ ਗੱਲ ਕਰੀਏ ਤਾਂ ਡਾਇਬੀਟੀਜ਼ ਦੀ ਅਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਕਨੈਕਟ ਕਰਦੀ ਹੈ। ਸੋ ਮੋਟਾਪਾ ਤੇ ਡਾਇਬੀਟੀਜ਼ ਦਾ ਵੀ ਆਪਸ ਵਿੱਚ ਕੋਈ ਕਨੈਕਸ਼ਨ ਹੈ ਕਿ ਜਿਹੜੇ ਓਬੀਸ ਪੇਸ਼ੈਂਟ ਨੇ ਜਾਂ ਜਿਹੜੇ ਓਬੀਸ ਲੋਕ ਨੇ ਉਹਨਾਂ ਨੂੰ ਡਾਇਬੀਟੀਜ਼ ਜਿਹੜੀ ਜ਼ਿਆਦਾ ਹਾਰਮ ਕਰਦੀ ਹੈ? ਡਾਇਬੀਟੀਜ਼ ਕਾਮਨਲੀ 2 ਪ੍ਰਕਾਰ ਦੀ ਹੈਗੀ ਹੈ ਜੋ ਆਪਾਂ ਗੱਲ ਕਰੀਏ। ਸੋ ਟਾਈਪ 1 ਐਂਡ ਟਾਈਪ 2। ਟਾਈਪ 1 ਡਾਇਬੀਟਿਸ ਜਿਹੜੀ ਹੈ ਉਹ ਬੱਚਿਆਂ 'ਚ ਦੇਖੀ ਜਾਂਦੀ ਹੈ। ਸੋ ਬੱਚਿਆਂ 'ਚ ਕੀ ਹੁੰਦਾ, ਜਿਹੜੇ ਕੁਦਰਤ ਵੱਲੋਂ ਪੈਨਕ੍ਰੀਅਸ ਨੇ ਆਪਣੇ ਇਨਸੂਲਿਨ ਸੈੱਲ ਬਣਾਉਣੇ ਆ, ਉਹ ਨਹੀਂ ਬਣੇ। ਸੋ ਜਦੋਂ ਸੈੱਲਸ ਹੀ ਨਹੀਂ ਹੈਗੇ, ਇਨਸੂਲਿਨ ਨਹੀਂ ਬਣੇਗੀ, ਤਾਂ ਉਹ ਬੱਚਿਆਂ ਨੂੰ ਲਾਈਫ ਲੌਂਗ ਇਨਸੂਲਿਨ ਲੈਣੀ ਪਏਗੀ। ਬਟ ਜੇ ਆਪਾਂ ਟਾਈਪ 2 ਦੀ ਗੱਲ ਕਰੀਏ, ਯਾਨੀ ਕਿ ਟਾਈਪ 2 ਡਾਇਬੀਟਿਸ ਦਾ ਮਤਲਬ ਹੀ ਇਹੀ ਹੈ ਵੀ ਤੁਹਾਡਾ ਪੈਨਕ੍ਰੀਅਸ 90% ਕੰਮ ਕਰ ਰਿਹਾ ਜਾਂ 80% ਕੰਮ ਕਰ ਰਿਹਾ ਜਾਂ 100% ਕੰਮ ਕਰ ਰਿਹਾ ਜੀ। ਇਨਸੂਲਿਨ ਬਣ ਰਹੀ ਹੈ ਪਰ ਉਹ ਇਨਸੂਲਿਨ ਕੰਮ ਨਹੀਂ ਕਰ ਪਾ ਰਹੀ ਜੀ। ਸੋ ਇਹਦਾ ਕੀ ਕਾਰਨ ਹੈਗਾ? ਕਿਉਂਕਿ ਜਿਹੜੀ ਆਪਣੇ ਏਸ਼ੀਅਨ ਲੋਕ ਹੈ, ਇੰਡੀਆ ਤੇ ਚਾਈਨਾ ਦੇ ਲੋਕ, ਇੰਡੀਆ ਨੂੰ ਆਪਾਂ ਵਰਲਡ ਕੈਪੀਟਲ ਆਫ ਡਾਇਬੀਟਿਸ ਕਹਿੰਦੇ ਆ। ਸੋ ਇੰਡੀਆ ਤੇ ਚਾਈਨਾ ਦੇ ਲੋਕ ਜਿਹੜੇ ਆਪਣੇ ਏਸ਼ੀਅਨਸ ਲੋਕ ਹੈ, ਉਹਨਾਂ ਦੇ ਵਿੱਚ ਜੀਨਸ ਹੀ ਇਹੋ ਜਿਹਾ ਹੈ ਵੀ ਆਪਣੀ ਬੋਡੀ 'ਚ ਜਦੋਂ ਵੀ ਫੈਟ ਵਧੇਗਾ ਉਹ ਸਿਰਫ ਪੇਟ ਤੇ ਇਕੱਠਾ ਹੋਏਗਾ ਜੀ। ਜੇ ਆਪਾਂ ਵੈਸਟਰਨ ਪਾਪੂਲੇਸ਼ਨ ਦੇਖੀਏ, ਉਹਨਾਂ ਦਾ ਪੂਰਾ ਜਨਰਲਾਈਜ਼ weight ਹੁੰਦਾ ਹੈ। ਬਟ ਜਿਹੜੀ ਏਸ਼ੀਅਨ ਪਾਪੂਲੇਸ਼ਨ ਹੈ ਉਹਨਾਂ ਦਾ ਤੁਸੀਂ ਕਾਮਨਲੀ ਦੇਖਿਆ ਹੋਣਾ ਵੀ ਥੋੜਾ ਜਿਹਾ weight ਵਧੇਗਾ, ਸਭ ਤੋਂ ਪਹਿਲਾਂ ਪੇਟ ਤੇ ਜਮਾ ਹੋ ਜਾਏਗਾ। ਸੋ ਉਹਦੇ ਨਾਲ ਕੀ ਹੁੰਦਾ, ਜਿਹੜੀ ਵੀ ਪੈਨਕ੍ਰੀਅਸ ਇਨਸੂਲਿਨ ਬਣਾ ਰਿਹਾ ਹੈ ਉਹ ਕੰਮ ਨਹੀਂ ਕਰ ਪਾਉਂਦਾ। ਇਸੇ ਕਰਕੇ ਅਸੀਂ ਟਾਈਪ 2 ਡਾਇਬੀਟਿਸ ਨੂੰ ਇਨਸੂਲਿਨ ਰੈਜ਼ਿਸਟੈਂਸ ਕਹਿੰਦੇ ਹਾਂ ਜੀ, ਰਾਈਟ। ਸੋ ਇਸੇ ਕਰਕੇ ਜੇ ਪੇਸ਼ੈਂਟ ਦਾ ਪੈਨਕ੍ਰੀਅਸ ਠੀਕ ਹੈਗਾ ਤਾਂ ਉਹ ਨੈਚੁਰਲੀ ਸਰਜਰੀ ਨਾਲ ਠੀਕ ਹੋ ਸਕਦੇ। ਸੋ ਜਿਹੜੇ ਪੇਸ਼ੈਂਟਸ ਵੀ ਸਾਡੇ ਕੋਲੇ ਟਾਈਪ 2 ਡਾਇਬੀਟਿਸ ਦੇ ਆ ਰਹੇ ਆ, ਜਿਹੜੇ ਇਨਸੂਲਿਨ ਲੈ ਰਹੇ ਆ, ਜਾਂ ਜਿਨ੍ਹਾਂ ਦੀ ਬਲੱਡ ਸ਼ੂਗਰਸ ਕੰਟਰੋਲ ਨਹੀਂ, ਜਾਂ ਜਿਨ੍ਹਾਂ ਨੂੰ HbA1c ਜ਼ਿਆਦਾ ਆ ਰਿਹਾ ਹੈ, ਜਾਂ ਜਿਨ੍ਹਾਂ ਨੇ ਅੱਖਾਂ 'ਤੇ ਅਸਰ ਪੈਣਾ ਸਟਾਰਟ ਹੋ ਗਿਆ ਜਾਂ ਕਿਡਨੀਜ਼ ਡੈਮੇਜ ਹੋਣੀ ਸਟਾਰਟ ਹੋ ਗਈਆਂ, ਉਹਨਾਂ ਨੂੰ ਅਸੀਂ ਇੱਕ ਸਰਜਰੀ ਲਈ ਬਹੁਤ ਵਧੀਆ ਇੱਕ ਆਪਸ਼ਨ ਹੈਗੀ ਹੈ। ਸਰਜਰੀ ਤੋਂ ਪਹਿਲਾਂ ਅਸੀਂ ਸਾਰੇ ਪੇਸ਼ੈਂਟਸ ਨੂੰ ਇਵੈਲੂਏਟ ਕਰਦੇ ਹਾਂ ਵੀ ਉਹਨਾਂ ਦਾ ਪੈਨਕ੍ਰੀਅਸ ਕਿੰਨਾ ਕੰਮ ਕਰ ਰਿਹਾ ਹੈ, ਇਨਸੂਲਿਨ ਕਿੰਨੀ ਬਣ ਰਹੀ ਹੈ, ਤੇ ਜਿਹੜੀ ਇਨਸੂਲਿਨ ਬਣ ਰਹੀ ਹੈ ਉਹ ਕਿਵੇਂ ਕੰਮ ਕਰ ਰਹੀ ਹੈ। ਉਹਦੇ ਬੇਸ ਤੇ ਅਸੀਂ ਉਹਨਾਂ ਨੂੰ ਇੱਕ ਸਰਜਰੀ ਰਿਕਮੈਂਡ ਕਰਦੇ ਹਾਂ। ਐਂਡ ਉਹ ਸਰਜਰੀ ਵਰਲਡ ਵਾਈਡ ਐਕਸੈਪਟਡ ਹੈਗੀ ਹੈ ਜੀ। ਸਰਜਰੀ ਦਾ ਬੈਨੀਫਿਟ ਇਹ ਹੈਗਾ ਕਿ ਪੇਸ਼ੈਂਟ ਦੀ 1 ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਇਨਸੂਲਿਨ ਤੇ ਮੈਡੀਸਿਨਸ ਬੰਦ ਹੋ ਜਾਂਦੀ ਹੈ। ਸਰਜਰੀ ਦਾ ਏਮ ਹੀ ਇਹੀ ਹੈ ਕਿ ਪੇਸ਼ੈਂਟ ਦਾ ਬਿਨਾਂ ਦਵਾਈ ਤੋਂ ਜਿਹੜਾ HbA1c ਹੈਗਾ ਉਹ 7 ਜਾਂ 6.5 ਤੋਂ ਘਟ ਜੇ, ਮੀਨਸ ਉਹ ਨਾਨ ਡਾਇਬੀਟਿਕ ਬਣ ਜੇ ਜੀ। ਬਿਲਕੁਲ ਸਰ, ਕੀ ਵਾਕਈ ਇਹ ਪੋਸੀਬਲ ਹੈਗਾ ਕਿ ਸਰਜਰੀ ਦੇ ਨਾਲ ਬਿਲਕੁਲ ਜਿਹੜੇ ਡਾਇਬੀਟਿਕ ਪੇਸ਼ੈਂਟ ਹੈਗੇ ਬਿਲਕੁਲ ਠੀਕ ਹੋ ਜਾਂਦੇ ਤੇ ਫਿਊਚਰ ਵਿੱਚ ਉਹਨਾਂ ਨੂੰ ਕਦੇ ਪ੍ਰੋਬਲਮ ਨਹੀਂ ਆਉਂਦੀ ਇਸ ਤਰ੍ਹਾਂ ਦੀ?
ਮੈਮ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਹਰ ਪੇਸ਼ੈਂਟ ਦੀ ਸਰਜਰੀ ਕਰਨ ਤੋਂ ਪਹਿਲਾਂ ਉਹਨਾਂ ਦੀ ਟੈਸਟ ਦੀ ਇਵੈਲੂਏਸ਼ਨ ਕਰ ਰਹੇ ਹਾਂ ਵੀ ਤੁਹਾਡਾ ਪੈਨਕ੍ਰੀਅਸ ਕੰਮ ਕਰ ਰਿਹਾ। ਉਸ ਰੀਜ਼ਨ ਇਜ਼ ਕਿਉਂਕਿ ਸਰਜਰੀ ਤੋਂ ਬਾਅਦ ਅਸੀਂ ਰਿਜ਼ਲਟ ਦੇਣੇ ਆ। ਸੋ ਮੈਂ 2014 ਤੋਂ ਪ੍ਰੈਕਟਿਸ ਕਰ ਰਿਹਾ ਤੇ ਮੈਂ ਪਤਾ ਨਹੀਂ ਕਿੰਨੇ ਡਾਕਟਰਸ ਵੀ ਆਪਰੇਟ ਕਰ ਚੁੱਕੇ ਜਿਹੜੇ ਬਾਕੀ ਲੋਕਾਂ ਨੂੰ ਸ਼ੂਗਰਸ ਦੀ ਮੈਡੀਸਨ ਦੇ ਰਹੇ ਤੇ ਆਪਦੀ ਆਪੇ ਸਰਜਰੀ ਕਰਵਾ ਰਹੇ ਹੈ ਜੀ ਹੈ ਨਾ। ਬਿਲਕੁਲ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਲਈ ਸਾਡੀ ਟੀਵੀ ਸਕਰੀਨ ਉੱਤੇ ਡਾਕਟਰ ਅਮਿਤ ਗਰਗ ਉਹਨਾਂ ਦਾ ਨੰਬਰ ਜਿਹੜਾ ਡਿਸਪਲੇ ਹੋ ਰਿਹਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਸੋ ਹੁਣ ਅਸੀਂ ਕੋਵਿਡ-19 ਦੀ ਗੱਲ ਕਰ ਲਈਏ ਤਾਂ ਕਿਉਂਕਿ ਅਸੀਂ ਸਟਾਰਟਿੰਗ ਵਿੱਚ ਹੀ ਗੱਲ ਕੀਤੀ ਸੀ ਕਿ ਜਿਹੜੇ ਮੋਟਾਪਾ ਹੈ ਜਾਂ ਜਿਹੜੀ ਸ਼ੂਗਰ ਹੈ ਇਹਦੇ ਲਈ ਜਿਹੜੇ ਇਹ ਪੇਸ਼ੈਂਟ ਜਿਹੜੇ ਆ ਉਹਨਾਂ ਲਈ ਕੋਵਿਡ-19 ਜਿਹੜਾ ਜ਼ਿਆਦਾ ਹਾਰਮਫੁਲ ਹੋ ਜਾਂਦਾ ਹੈ। ਸੋ ਜਾਂਦੇ ਜਾਂਦੇ ਇਸ ਬਾਰੇ ਜ਼ਰੂਰ ਦੱਸੋ ਕਿਉਂਕਿ ਕੋਵਿਡ-19 ਚੱਲ ਰਿਹਾ ਹੈ। ਸੋ ਹੁਣ ਸੈਕਿੰਡ ਵੇਵ ਚੱਲ ਰਹੀ ਹੈ, ਥਰਡ ਵੇਵ ਤੇ ਫੋਰਥ ਵੇਵ ਦਾ ਵੀ ਅੱਗੇ ਜਿਹੜਾ ਉਹ ਜ਼ਿਕਰ ਹੋ ਰਿਹਾ ਹੈ। ਸੋ ਸਾਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਹੋਲ ਲਾਈਫ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਲੜਨਾ ਜਿਹੜਾ ਉਹ ਪਏਗਾ। ਤਾਂ ਇਹ ਜ਼ਰੂਰ ਦੱਸੋ ਕਿ ਕਿਵੇਂ ਹੁਣ ਉਹ ਆਪਣਾ ਬਚਾਅ ਰੱਖਣ। ਕੋਵਿਡ-19 ਦੇ ਵਿੱਚ ਹਰ ਇਨਸਾਨ ਨੂੰ ਇਹ ਪਤਾ ਸੀਗਾ ਵੀ ਕੋਵਿਡ-19 ਸਾਡੇ ਲੰਗਸ ਤੇ ਇਫੈਕਟ ਕਰਦਾ ਜੀ, ਨੰਬਰ 1। ਨੰਬਰ 2, ਜੇ ਤੋਂ ਬਚਣਾ ਹੈਗਾ ਤਾਂ ਆਪਣੀ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ। ਸੋ ਲੋਕਾਂ ਨੇ ਬੜੇ ਤਰ੍ਹਾਂ ਦੀਆਂ ਡਾਈਟਸ ਲਈਆਂ, ਸਪਲੀਮੈਂਟਸ ਲਏ, ਕਾੜਾਸ ਲਏ ਕਿ ਆਪਣੀ ਇਮਿਊਨਿਟੀ ਸਟਰੋਂਗ ਹੋ ਜਾਏ। ਮੈਨੂੰ ਲੱਗਦਾ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਸੋਚਿਆ ਕਿ ਮੈਨੂੰ ਲੋੜ ਨਹੀਂ ਵੀ ਮੇਰੀ ਇਮਿਊਨਿਟੀ ਪਹਿਲਾਂ ਹੀ ਸਟਰੋਂਗ ਹੈਗੀ ਹੈ, ਬਟ ਐਵਰੀਵਨ ਪ੍ਰੈਫਰਡ ਦੈਟ। ਸੋ ਜਿਹੜੀ ਓਬੈਸਿਟੀ ਐਂਡ ਡਾਇਬੀਟੀਜ਼ ਹੈ ਇਹਦੇ ਵਿੱਚ ਕੀ ਹੁੰਦਾ ਹੈ, ਸੋ ਜਿੰਨੇ ਵੀ ਮੋਟਾਪੇ ਦੇ ਪੇਸ਼ੈਂਟਸ ਹੈ ਉਹਨਾਂ ਦੇ ਵਿੱਚ ਫੈਟ ਸੈਲਸ ਦੀ ਜ਼ਿਆਦਾ ਹੋਣ ਕਰਕੇ ਜਿਹੜੇ ਆਪਣੇ ਇਮਿਊਨ ਸੈਲਸ ਜਿਨ੍ਹਾਂ ਨੇ ਇਮਿਊਨਿਟੀ ਬਣਾਉਣੀ ਆਪਣੀ ਉਹਨਾਂ ਦੀ ਜਿਹੜੀ ਮਤਲਬ ਸਕ੍ਰੀਸ਼ਨ ਹੈ ਉਹ ਘਟ ਜਾਂਦੀ ਹੈ ਜੀ। ਸੋ ਜਿੰਨੇ ਵੀ ਇੱਕ ਨਾਰਮਲ ਇੰਡੀਵਿਜੂਅਲ ਤੇ ਓਬੀਸ ਇੰਡੀਵਿਜੂਅਲ 'ਚ ਇਹੀ ਫਰਕ ਹੈ ਵੀ ਮੋਟਾਪੇ ਵਾਲੇ ਪੇਸ਼ੈਂਟ ਦੇ ਵਿੱਚ ਇਮਿਊਨ ਸੈਲਸ ਘੱਟ ਹੈ। ਸੋ ਇਸੇ ਕਰਕੇ ਮੋਟਾਪੇ ਵਾਲੇ ਪੇਸ਼ੈਂਟ ਦੀ ਇਮਿਊਨਿਟੀ ਹਮੇਸ਼ਾ ਘੱਟ ਰਹੇਗੀ। ਬਟ ਇਕੱਲਾ ਮੋਟਾਪਾ ਨਹੀਂ, ਮੋਟਾਪੇ ਦੇ ਨਾਲ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਆ ਰਿਹਾ ਹੈ ਉਹਨਾਂ ਨੂੰ ਨਾਲ ਐਸੋਸੀਏਟਡ ਟਾਈਪ 2 ਸ਼ੂਗਰ ਡਾਇਬੀਟੀਜ਼ ਵੀ ਹੁੰਦੀ ਹੈ ਤੇ ਡਾਇਬੀਟੀਜ਼ ਦੇ ਨਾਲ ਵੀ ਇਮਿਊਨਿਟੀ ਘਟਦੀ ਹੈ। ਬਿਲਕੁਲ। ਸੋ ਜਿਹੜੇ ਪੇਸ਼ੈਂਟਸ ਨੂੰ ਓਬੈਸਿਟੀ ਡਾਇਬੀਟੀਜ਼ ਉਹਨਾਂ ਦੀ ਇਮਿਊਨਿਟੀ ਘੱਟ ਹੈ, ਨੈਚੁਰਲੀ ਉਹਨਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸਸ ਵੀ ਜ਼ਿਆਦਾ ਹੈਗੇ ਤੇ ਉਹਨਾਂ ਦੀ ਰਿਕਵਰੀ ਵੀ ਲੇਟ ਹੋਏਗੀ, ਉਹਨਾਂ ਦਾ ਆਈਸੀਯੂ ਸਟੇ ਵੀ ਜ਼ਿਆਦਾ ਵਧੇਗਾ ਤੇ ਇਹ ਉਹ ਪੇਸ਼ੈਂਟ ਸੀ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਵੀ ਜ਼ਿਆਦਾ ਰਿਕੁਆਇਰਮੈਂਟ ਪਈ ਤੇ ਅਲਟੀਮੇਟਲੀ ਇਹਨਾਂ ਦੇ ਵਿੱਚ ਮੋਰਟੈਲਿਟੀ ਵੀ ਜ਼ਿਆਦਾ ਸੀਗੀ। ਥਰਡ ਕਾਮਨ ਜਿਹੜੀ ਪ੍ਰੋਬਲਮ ਹੈਗੀ ਹੈ ਸਲੀਪ ਐਪਨੀਆ। ਸੋ ਆਪਾਂ ਕਾਮਨਲੀ ਦੇਖਿਆ ਹੋਣਾ ਵੀ ਜਿਹੜੇ ਮੋਟਾਪੇ ਵਾਲੇ ਪੇਸ਼ੈਂਟ ਸੀ ਉਹਨਾਂ ਦਾ ਬੇਸਲਾਈਨ ਆਕਸੀਜਨ ਜਿਹੜਾ ਲੈਵਲ ਹੈ ਉਹ 90 ਰਹਿੰਦਾ ਹੈ ਜੀ। ਤਾਂ ਉਹਨਾਂ ਨੂੰ ਚੈਲੰਜਸ ਕੀ ਆਏ ਕਿ ਜਿਹੜੇ ਪੇਸ਼ੈਂਟ ਦਾ ਪਹਿਲਾਂ ਹੀ ਬੇਸਲਾਈਨ ਆਕਸੀਜਨ ਲੈਵਲ 90 ਹੈ, ਜਦੋਂ ਉਹਨੇ ਮਾਸਕ ਪਾਏਗਾ ਜਾਂ ਮਤਲਬ ਉਹਨਾਂ ਦਾ ਬਰੀਥਿੰਗ ਜ਼ਿਆਦਾ ਕਰੇਗਾ ਤਾਂ ਉਹਨਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸਸ ਜ਼ਿਆਦਾ ਹੈ। ਸੈਕੰਡਲੀ ਇਨਫੈਕਸ਼ਨ ਹੋਣ ਤੋਂ ਬਾਅਦ ਰਿਕਵਰੀ ਸੀ ਜਿਹੜੀ ਹੁਣ ਨਾਰਮਲ ਇੰਡੀਵਿਜੂਅਲ ਦੀ 100% ਆਕਸੀਜਨ ਹੈ ਉਹਦੀ ਜੇ 90 ਰਹਿ ਗਈ, ਜੇ 85 ਰਹਿ ਗਈ ਫਿਰ ਵੀ ਉਹ ਮੈਨੇਜ ਹੋ ਜਾਏਗਾ ਵਿਦ ਆਕਸੀਜਨ ਔਰ ਮਤਲਬ ਸਪੋਰਟ ਦੇ ਨਾਲ। ਬਟ ਜਿਹੜੇ ਪੇਸ਼ੈਂਟ ਦਾ ਬੇਸਲਾਈਨ ਆਕਸੀਜਨ ਲੈਵਲ ਹੀ 90 ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀਗੀ ਹਾਈ ਡੋਜ਼ਸ ਆਫ ਆਕਸੀਜਨ ਜਾਂ ਵੈਂਟੀਲੇਟਰਸ ਦੀ ਜੀ। ਸੋ ਜਿਹੜੇ ਪੇਸ਼ੈਂਟਸ ਵੈਂਟੀਲੇਟਰ ਸੇ ਚਲੇ ਗਏ ਸੀਗੇ ਉਹਨਾਂ ਦੇ ਵਿੱਚ ਅਗੇਨ ਮੋਰਟੈਲਿਟੀ ਸੀ ਕਿਉਂਕਿ ਵੈਂਟੀਲੇਟਰ ਐਸੋਸੀਏਟਡ ਨਿਮੋਨੀਆ ਵੀ ਇਨਫੈਕਸ਼ਨਸ ਹੁੰਦੀ ਹੈ। ਸੋ ਇਹ ਮਲਟੀਪਲ ਰੀਜ਼ਨ ਸੀ ਜਿਨ੍ਹਾਂ ਕਰਕੇ ਮੋਟਾਪੇ ਵਾਲੇ ਪੇਸ਼ੈਂਟ ਸੀ ਉਹਨਾਂ ਨੇ ਸਭ ਤੋਂ ਜ਼ਿਆਦਾ ਸਫਰ ਕੀਤਾ। ਗਵਰਨਮੈਂਟ ਹਮੇਸ਼ਾ ਗਾਈਡਲਾਈਨਸ ਦੇ ਰਹੀ ਸੀ ਕਿ ਜਿਹੜੇ ਪੇਸ਼ੈਂਟਸ ਦੀ ਏਜ 60 ਤੋਂ ਜ਼ਿਆਦਾ ਹੈ ਜੀ ਉਹ ਹਾਈ ਰਿਸਕ ਹੈ। ਬਟ ਮੈਂ ਆਪਣੀ ਪ੍ਰੈਕਟਿਸ 'ਚ ਦੇਖਿਆ ਜਿਹੜੇ ਪੇਸ਼ੈਂਟਸ 35 ਤੋਂ 45 ਦੇ ਵਿੱਚ ਸੀਗੇ ਤੇ ਜਿਨ੍ਹਾਂ ਨੂੰ ਮੋਟਾਪਾ ਸੀ ਪਲੱਸ ਡਾਇਬੀਟੀਜ਼ ਸੀਗੀ ਉਹਨਾਂ ਦੇ ਵਿੱਚ ਸਭ ਤੋਂ ਵੱਧ ਮੋਰਟੈਲਿਟੀ ਹੋਈ ਹੈ ਜੀ। ਬਿਲਕੁਲ ਅਸੀਂ ਸਾਫ਼ ਤੌਰ 'ਤੇ ਕਹਿ ਸਕਦੇ ਹਾਂ ਕਿ ਮੋਟਾਪੇ ਦਾ ਸ਼ਿਕਾਰ ਤੇ ਡਾਇਬੀਟੀਜ਼ ਯਾਨੀ ਕਿ ਸ਼ੂਗਰ ਦੇ ਸ਼ਿਕਾਰ ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਜ਼ਿਆਦਾ ਇਸ ਦਾ ਖਤਰਾ ਸੀ ਤੇ ਅੱਗੇ ਵੀ ਹੁਣ ਜਿਹੜਾ ਇਹ ਚੀਜ਼ਾਂ ਹੈਗੀਆਂ ਨੇ। ਸੋ ਡਾਕਟਰ ਅਮਿਤ ਗਰਗ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀਆਂ ਜੀ। ਮੈਂ ਮੈਮ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਮੋਟਾਪੇ ਵਾਲੇ ਪੇਸ਼ੈਂਟਸ ਹੈ ਉਹਨਾਂ ਦੇ ਵਿੱਚ ਇਮਿਊਨ ਸੈਲਸ ਜਿਹੜੇ ਨਹੀਂ ਪ੍ਰੋਪਰ ਬਣ ਰਹੇ ਐਜ਼ ਕੰਪੇਅਰ ਟੂ ਨਾਰਮਲ ਇੰਡੀਵਿਜੂਅਲ। ਇੱਕ ਮੈਸੇਜ ਲੋਕਾਂ ਨੂੰ ਹੋਰ ਦੇਣਾ ਚਾਹੁੰਦਾ ਹੈ ਵੀ ਜਿਹੜੇ ਪੇਸ਼ੈਂਟਸ ਵੈਕਸੀਨੇਸ਼ਨ ਲਗਵਾ ਰਹੇ ਹੈ ਤੇ ਉਹ ਸਮਝਦੇ ਕਿ ਅਸੀਂ ਵੈਕਸੀਨੇਸ਼ਨ ਲਗਾ ਲਈ ਤੇ ਅਸੀਂ 100% ਸੇਫ ਹੈ, ਉਹ ਬਿਲਕੁਲ ਗਲਤ ਹੈ ਜੀ। ਕਿਉਂਕਿ ਵੈਕਸੀਨੇਸ਼ਨ ਕੀ ਇੱਕ ਵਾਇਰਸ ਦਾ ਡੀਐਕਟੀਵੇਟਡ ਵਾਇਰਸ ਤੁਹਾਡੀ ਬਾਡੀ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ। ਉਸ ਵਾਇਰਸ ਦੇ ਅਗੇਂਸਟ ਆਪਣੀ ਬਾਡੀ ਨੇ ਇਮਿਊਨ ਸੈਲਸ ਬਣਾਉਣੇ ਹੈ। ਬਟ ਜੇ ਤੁਸੀਂ ਓਬੀਜ਼ ਹੋ ਤੁਹਾਡੇ ਉਹਨੇ ਇਮਿਊਨ ਸੈਲਸ ਨਹੀਂ ਬਣਨਗੇ। ਸੋ ਇਸ ਕਰਕੇ ਕੁਝ ਪੇਸ਼ੈਂਟਸ ਹੈਗੇ ਆ ਜਿਨ੍ਹਾਂ ਨੂੰ ਥਰਡ ਡੋਜ਼ ਵੀ ਰਿਕੁਆਇਰਮੈਂਟ ਹੋ ਸਕਦੀ ਹੈ ਜਾਂ ਉਹਨਾਂ ਦੇ ਵਿੱਚ ਫਿਰ ਵੀ ਇਮਿਊਨ ਸੈਲਸ ਜਿਹੜੇ ਆ ਉਹ ਘੱਟ ਹੋਣਗੇ। ਸੋ ਓਵਰਆਲ ਮੈਂ ਕੀ ਕਹਿਣਾ ਚਾਹੁੰਦਾ ਕਿ ਜੇ ਵੀ ਆਪਾਂ ਕਰੋਨਾ ਵਾਇਰਸ ਵਰਗੀ ਮਹਾਮਾਰੀਆਂ ਨੂੰ ਫਿਊਚਰ ਦੇ ਵਿੱਚ ਫਾਈਟ ਕਰਨਾ ਹੈ ਜਾਂ ਕੋਈ ਹੋਰ ਵਾਇਰਸਸ ਤੇ ਬੈਕਟੀਰੀਅਲ ਇਨਫੈਕਸ਼ਨਸ ਤੋਂ ਫਾਈਟ ਕਰਨਾ ਹੈ ਤਾਂ ਆਪਾਂ ਵੇਟ ਘਟਾਈਏ ਤਾਂ ਕਿ ਆਪਾਂ ਸ਼ੂਗਰ ਜਾਂ ਸਲੀਪ ਐਪਨੀਆ ਤੋਂ ਬਚ ਸਕੀਏ, ਆਪਣੇ ਆਪ ਦੀ ਬਾਡੀ ਦੀ ਕੋਰ ਨੂੰ ਸਟਰੈਂਥਨ ਕਰੀਏ ਤਾਂ ਕਿ ਆਪਾਂ ਕਿਸੇ ਵੀ ਬਿਮਾਰੀ ਨਾਲ
ਚੰਗੇ ਤਰੀਕੇ ਨਾਲ ਲੜ ਸਕਦੇ ਹਾਂ। ਬਿਲਕੁਲ ਸੋ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਕਿ ਕਿਵੇਂ ਮੋਟਾਪਾ ਜਿਹੜਾ ਹੈ ਕਿੰਨਾ ਹਾਰਮਫੁਲ ਹੈ, ਕਿੰਨਾ ਖਤਰਨਾਕ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਸੀ। ਸੋ ਤੁਸੀਂ ਦੇਖਿਆ ਕਿ ਅੱਜ ਅਸੀਂ ਮੋਟਾਪਾ ਤੇ ਸ਼ੂਗਰ ਤੇ ਉਸ ਦੇ ਨਾਲ ਹੀ COVID-19 ਕਿਉਂਕਿ ਇਹ ਚੱਲ ਰਿਹਾ ਹੈ, ਅੱਗੇ ਵੀ ਇਸ ਦੇ ਨਾਲ ਲੜਨਾ ਪੈ ਸਕਦਾ ਹੈ। ਸੋ ਕਿਸ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਰੱਖਣਾ ਹੈ, ਕਿਸ ਤਰੀਕੇ ਨਾਲ ਟ੍ਰੀਟਮੈਂਟ ਇਸ ਦਾ ਜਿਹੜਾ ਹੋਣਾ ਚਾਹੀਦਾ ਹੈ। ਸੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਅਸੀਂ ਕਿਸੇ ਹੋਰ ਮਾਹਿਰ ਡਾਕਟਰ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।